ਝੜੂਨੀ ਸਾਹਿਬ ਅੱਡ ਫਿਰਦੇ ਆ, ਗਰਾਹਾਂ ਸਾਹਿਬ ਅੱਡ ਫਿਰਦੇ ਆ, ਰਾਜੇਵਾਲ ਸਾਹਿਬ ਅੱਡ ਫਿਰਦੇ ਆ। ਕਿਉਂ ਫਿਰਦੇ ਆ? ਉਹ ਮੇਰੇ ਬਜ਼ੁਰਗ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆ। ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਗਏ ਨੇ। ਇਹ ਨਹੀਂ ਹੈਗਾ ਵੀ ਅੱਜ ਮੈਂ ਸਟੇਟਮੈਂਟ ਦੇਤੀ ਕੱਲ੍ਹ ਨੂੰ ਮਾफ़ੀ ਮੰਗ ਲੂੰਗਾ। ਮਾफ़ੀ ਮੰਗਣ ਵਾਲੇ ਦੇ ਘਰ ਨਹੀਂ ਮੈਂ ਜੰਮਿਆ। ਕਿਸਾਨ ਆਗੂਆਂ ਨੂੰ ਇਹ ਕਹਿਣਾ ਵੀ ਉਹਨਾਂ ਦੀ ਜਿਹੜੀ ਮਮਤਾ, ਉਹਨਾਂ ਦਾ ਜਿਹੜਾ ਬਜ਼ੁਰਗ ਅਵਸਥਾ ਹੋਣ ਕਰਕੇ ਉਹ ਡਰਦੇ ਨੇ। ਹੁਣ ਗਿਆ ਇਹ ਜੀ ਕਿਹੜੀ ਗਿੱਦੜ ਸਿੰਘੀ ਆ ਤੁਹਾਡੇ ਕੋਲ ਜਿਹੜੀ ਤੁਸੀਂ 15 ਦਿਨਾਂ 'ਚ ਬਿੱਲ ਵਾਪਸ ਕਰਾ ਦਿਓ? ਟੀਆਂ ਗਰਾਹਾਂ ਜਥੇਬੰਦੀ ਵੀ ਆ ਕੇ ਗਈ ਆ, ਇੰਟਰਵਿਊ ਵੀ ਪਈ ਆ, ਪੂਰਾ ਮੈਨੂੰ ਸਮਰਥਨ ਦੇ ਕੇ ਗਏ ਨੇ। ਜੇ ਸੰਯੁਕਤ ਕਿਸਾਨ ਮੋਰਚੇ ਜਥੇਬੰਦੀ ਮੈਨੂੰ ਪ੍ਰੈਜ਼ੀਡੈਂਟ ਲਾ ਰਹੀ ਆ, ਉਗਰਾਹਾਂ ਸਾਹਿਬ ਤਿਆਰ ਨੇ। ਜੇ ਕੋਈ ਬਗਾਵਤ ਵੀ ਕਰੂਗਾ ਵੱਖਰੀ, ਉਹ ਵੀ ਤਿਆਰ ਨੇ। ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਦਾ ਨਾਮ ਲਿਆ ਤੁਸੀਂ, ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕੀਤੀ ਆ ਕਿ ਉਹ ਸਹਿਮਤ ਨੇ ਮੇਰੇ ਨਾਲ। ਸਹਿਮਤ ਨੇ? ਤੁਹਾਨੂੰ ਵਿਚਲੀਆਂ ਗੱਲਾਂ ਦਾ ਜਦੋਂ ਪਤਾ ਨਹੀਂ, ਪੱਤਰਕਾਰ ਸਾਹਿਬ ਪੂਰੀ ਸਟੱਡੀ ਕਰੋ। ਕੱਲ੍ਹ ਮੇਰੀ ਜਥੇਬੰਦੀਆਂ ਦੇ ਕਿਸੇ ਬੰਦੇ ਨਾਲ ਗੱਲ ਹੋਈ ਆ। ਮੈਂ ਕਿਹਾ ਜਿਹੜੇ ਇੱਥੇ ਬੰਦੇ ਸ਼ਹੀਦ ਹੋ ਗਏ ਜੰਗ ਦੇ ਦੌਰਾਨ, ਕਹਿੰਦਾ ਉਹ ਕਿਹੜੇ ਯਾਰ ਸ਼ਹੀਦ ਹੋ ਗਏ? ਕਹਿੰਦਾ ਜੇ ਕੋਈ ਹੁਣ ਹਾਰਟ ਅਟੈਕ ਨਾਲ ਮਰ ਗਿਆ, ਕੋਈ ਸ਼ੂਗਰ ਨਾਲ ਮਰ ਗਿਆ। ਇਹ ਗੱਲ ਕਿਹਨੇ ਕਹੀ? ਇਹ ਗੱਲ ਕਿਸੇ ਜਥੇਬੰਦੀ ਦੇ ਬੰਦੇ ਨੇ ਕਹੀ ਆ। ਮੈਂ ਕਿਵੇਂ ਰੋਕ ਸਕਦਾ ਵੀ ਤੁਸੀਂ ਮੈਨੂੰ ਗਾਲਾਂ ਨਾ ਕੱਢੋ? ਦਿਸ ਇਜ਼ ਉਹਨਾਂ ਦਾ ਮੈਟਰ। ਉਹ ਮੈਨੂੰ ਕੱਢ ਸਕਦੇ ਨੇ, ਮੈਨੂੰ ਕੋਈ ਗੁੱਸਾ ਨਹੀਂ। ਉਹਨਾਂ ਨੇ ਬਾਥਰੂਮ 'ਚ ਜਾ ਕੇ ਲਿਖ ਦੇਣਾ ਕੁੜੀ ਬਾਰੇ ਮਾੜਾ ਚੰਗਾ। ਲਿਖਦੇ ਹੁੰਦੇ ਸੀ ਨਾ ਬਾਥਰੂਮਾਂ 'ਚ, ਫਲਾਨੀ ਦਾ ਨੰਬਰ ਇਹ, ਫਲਾਨੀ। ਹੁਣ ਇਤਰਾਜ਼ਯੋਗ ਸ਼ਬਦ ਹੋਣਗੇ, ਮੈਂ ਭੈਣਾਂ ਵੇਖਣਗੀਆਂ। ਮੈਨੂੰ 15 ਦਿਨਾਂ ਲਈ ਟਾਈਮ ਦੇ ਦਿਓ ਮੋਦੀ ਨੂੰ ਕੋਲੇ ਜਾਣ ਦਾ। ਮੈਂ 16ਵੇਂ ਦਿਨ ਤੁਹਾਡੇ ਕੋਲੇ ਆਊਂਗਾ। ਜੇ ਤੁਹਾਨੂੰ ਲੱਗਿਆ ਵੀ ਸਾਡਾ ਨੁਕਸਾਨ ਕਰਤਾ, ਗੋਲੀ ਮਾਰ ਦੇ। ਕਿ ਕਿਸਾਨ ਆਗੂਆਂ ਕੋਲੇ ਗੱਲ ਕਰਨ ਲਈ, ਕੋਈ ਤੱਥ ਰੱਖਣ ਲਈ ਉਹਨਾਂ ਕੋਲੇ ਕੋਈ ਗੱਲ ਹੈ ਨਹੀਂ? ਉਮਰ ਜ਼ਿਆਦਾ ਹੋ ਗਈ। ਉਮਰ ਜ਼ਿਆਦਾ ਹੋ ਗਈ, ਰੱਬਾ ਤਾਂ ਉਮਰ ਨਾਲ ਹੀ ਆਉਂਦਾ ਨਾ। ਬੁੱਢਾ ਦਲ ਦੇ ਵਿੱਚ ਉਹ ਬੰਦੇ ਲੈ ਲਏ ਜਿਹੜੇ ਉਮਰ ਦੇ ਵਿੱਚ ਰਾਜੇਵਾਲ ਸਾਹਿਬ ਵਰਗੇ ਸਿਆਣੇ ਸੀ, ਜਿਨ੍ਹਾਂ ਨੂੰ ਗਿਆਨ ਸੀ। ਠੀਕ ਆ, ਕੁਛ ਕਰਨ ਲਈ ਤਰਨਾ ਦਲ ਬਣਾਤਾ ਜਿਨ੍ਹਾਂ ਵਿੱਚ ਨੌਜਵਾਨ ਸੀ। ਜਿਹੜਾ ਬੁੱਢਾ ਦਲ ਸੀ ਉਹ ਐਕਸ਼ਨ ਕਰਨ ਲਈ ਤਰਨਾ ਦਲ ਨੂੰ ਕਹਿੰਦਾ ਸੀ, ਉਹ ਕਰਦੇ ਸੀ। ਸਾਡੇ ਬੁੱਢਾ ਦਲ ਵਾਲੇ ਜਿਹੜੇ ਬਜ਼ੁਰਗ ਨੇ ਸਾਡੇ, ਉਹ ਗਿਆਨ ਦਾ ਭੰਡਾਰ ਨੇ, ਪਰ ਉਹਨਾਂ 'ਚੋਂ ਜੁਰਤ ਨਹੀਂ ਹੈ ਵੀ ਉਹ ਮੋਦੀ ਸਰਕਾਰ ਦੇ ਖਿਲਾਫ ਕੀ ਐਕਸ਼ਨ ਭਾਲਦੇ ਹੋ ਤੁਸੀਂ? ਕੀ ਐਕਸ਼ਨ ਭਾਲਦੇ? ਮੇਰਾ ਪਲਾਨ ਪਹਿਲਾਂ ਇਹ ਆ ਵੀ ਪੰਜਾਬ ਦੇ ਵਿੱਚੋਂ ਇੱਕ ਨੌਜਵਾਨ ਉੱਠ ਕੇ ਮੇਰੇ ਕੋਲ ਉਹ ਆਓ ਜਿਹੜਾ ਸ਼ਹੀਦੀ ਪਾਉਣ ਨੂੰ ਤਿਆਰ ਆ ਤੇ ਫਤਿਹ ਬੁਲਾ ਕੇ ਘਰੇ ਆਵੇ। ਉਹਦੀ ਮੈਂ ਇੰਟਰਵਿਊ ਲਊਂਗਾ, ਉਹ ਤੋਂ ਹਲਫੀਆ ਬਿਆਨ ਤੇ ਸਾਈਨ ਕਰਾਊਂਗਾ। ਜੇ ਉਹ ਵਾਕਈ ਸ਼ਹੀਦੀ ਦੇਣ ਲਈ ਤਿਆਰ ਹੋਇਆ ਤਾਂ ਮੈਂ ਉਹਨੂੰ ਆਪਣਾ ਸਾਰਾ ਪਲਾਨ ਸਮਝਾਊਂਗਾ। ਇਦਾਂ ਨਹੀਂ ਜੀ ਮੈਂ ਕਿਸੇ ਨੂੰ ਸਮਝਾ ਸਕਦਾ। ਤੁਹਾਨੂੰ ਰੋਟੀ ਖਾਂਦਿਆਂ ਨੂੰ ਤੁਹਾਨੂੰ ਪਤਾ, ਸਾਨੂੰ ਠੀਕ ਲੱਗਦਾ? ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਮੈਨੂੰ ਪਿਸ਼ਾਬ ਨਹੀਂ ਕਰਨ ਹਾਂ, ਪੁਲਿਸ ਤੁਹਾਨੂੰ ਪਿਸ਼ਾਬ ਨਹੀਂ ਕਰਨ ਦੇ ਰਹੀ। ਕਿਸਾਨਾਂ ਨੇ ਨਹੀਂ ਬਿੱਲ ਵਾਪਸ ਲੈਣੇ, ਬਿੱਲ ਵਾਪਸ ਮੋਦੀ ਸਰਕਾਰ ਨੇ ਲੈਣੇ ਨੇ। ਪੱਗ ਤਾਂ ਫਿਰ ਬਾਦਲ ਸਾਹਿਬ ਵੀ ਬੰਨ੍ਹਦੇ ਨੇ, ਅੰਮ੍ਰਿਤਧਾਰੀ ਵੀ ਨੇ। ਉਹਨਾਂ ਤੇ ਯਕੀਨ ਕਰ ਲਓ। ਜੇ ਮੇਰੇ ਤੇ ਮੈਂ ਸਿਰ ਨੰਗਾ ਰੱਖਿਆ, ਮੇਰੇ ਤੇ ਨਹੀਂ ਕਰਨਾ ਤਾਂ ਉਹਨਾਂ ਤੇ ਕਰ ਲਓ ਨਾ ਫਿਰ। ਤੇ ਜੇ ਤੁਸੀਂ ਕਹਿਤਾ, ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਕਿ 32 ਜਥੇਬੰਦੀਆਂ ਚੋਂ ਕੋਈ ਪ੍ਰਧਾਨ ਆ ਜਿਹੜਾ 32 ਜਥੇਬੰਦੀਆਂ ਦਾ ਇੱਕ ਅੱਧਾ ਪ੍ਰਧਾਨ ਆ ਜਿਹੜਾ ਬੇਈਮਾਨ ਆ? ਮੈਂ ਮਿਲਿਆ ਨਹੀਂ ਜ਼ਿੰਦਗੀ 'ਚ ਉਹਨਾਂ ਨੂੰ। ਕਿਤੇ ਉਹਨਾਂ ਦਾ ਬੰਦਾ ਕਹਿ ਦਿਓ ਮੈਨੂੰ। ਹੁਣ ਉਹਨਾਂ ਦੀ ਸੋਚ ਨੂੰ ਪੜ੍ਹਿਆ ਮੈਨੇ ਵੀ ਉਹ ਕੌਣ ਨੇ। ਦਾ ਗ੍ਰੇਟ ਮੈਨ ਰਾਜੇਵਾਲ ਸਾਹਿਬ। ਪਰ ਮੈਂ ਉਹਨਾਂ ਦੀ ਕੋਈ ਜਥੇਬੰਦੀ ਦਾ ਬੰਦਾ ਨਹੀਂ। ਗੁਰੂ ਗ੍ਰੰਥ ਸਾਹਿਬ ਸਿਰ ਤੇ ਚੱਕ ਕੇ ਕਹਿ ਸਕਦਾ ਮੈਂ ਕਦੇ ਮਿਲਿਆ ਨਹੀਂ। ਬਾਈ ਜੇ ਇਹਨਾਂ 'ਚ ਏਕਾ ਹੋ ਜੇ ਨਾ ਤਾਂ ਇਹ ਗੱਲ ਹੁਣ ਜਿਵੇਂ ਉਹ ਬਿਆਨ ਭੜਕਾਊ ਹੋ ਜੂ। ਬਸ ਰਹਿਣ ਦੇ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਹਰ ਪੱਤਰਕਾਰ ਮੈਨੂੰ ਇਹ ਪੁੱਛੀ ਜਾਂਦਾ ਵੀ ਰਾਜੇਵਾਲ ਸਾਹਿਬ ਨੂੰ ਕਦੇ ਪੁੱਛਿਆ ਕਿਸੇ ਨੇ ਜਾ ਕੇ? ਉਹਨਾਂ ਨੂੰ ਪੁੱਛਿਆ ਵੀ ਕਿੰਨਾ? ਰਾਜੇਵਾਲ ਸਾਹਿਬ ਤਾਂ ਕਹਿ ਰਹੇ ਨੇ, ਰਾਜੇਵਾਲ ਸਾਹਿਬ ਨੂੰ ਸਾਰੇ ਪੱਤਰਕਾਰ ਸਵਾਲ ਕਰਦੇ ਨੇ ਕਿ ਰਾਜੇਵਾਲ ਸਾਹਿਬ ਜੀ ਇਹਦਾ ਹੱਲ ਕਿਵੇਂ ਹੋਊ? ਰਾਜੇਵਾਲ ਸਾਹਿਬ ਤਾਂ ਕਹਿੰਦੇ ਨੇ ਕਿ ਸੰਘਰਸ਼ ਕਰ ਰਹੇ ਆ, ਅੰਦੋਲਨ ਕਰ ਰਹੇ ਆਂਗੇ। ਤੁਸੀਂ ਆਪਣੇ ਆਪ ਨੂੰ ਫਿਰ ਸੰਤ ਜਰਨੈਲ ਸਿੰਘ ਜੀ ਨਾਲ ਕੰਪੇਅਰ ਕਰਦੇ? ਦੂਸਰੇ ਦੇ ਮੂੰਹਾਂ 'ਚ ਸ਼ਬਦ ਪਾਉਣੇ ਇਹ ਗੱਲ ਨਹੀਂ। ਮੈਂ ਤੁਹਾਨੂੰ ਕੀ ਪਤਾ ਮੈਂ ਗਦਾਰ ਹੀ ਹੋਵਾਂ, ਕੀ ਪਤਾ ਮੈਂ ਵਿਕ ਜਾਂ। ਉਹ ਤਾਂ ਵੱਡੀ ਸ਼ਖਸੀਅਤ ਦੀ ਨਾ। ਜਿਵੇਂ ਕਾਂਗਰਸ ਕਿੰਨੀ ਰਲ ਗਿਆ, ਬਿੱਲਾਂ ਦਾ ਹੱਲ ਵੀ ਹੁੰਦਾ ਹੋਇਆ ਤਾਂ ਨਹੀਂ ਮੰਨਣਾ ਇਹਨਾਂ ਬਾਪੂਆਂ ਨੇ। ਮੈਨੂੰ ਪਤਾ ਇਹਨਾਂ ਨੇ ਮੰਨਣਾ ਵੀ ਇਹ ਕਾਂਗਰਸ ਸਰਕਾਰ ਕਰਵਾ ਗਈ, ਉਹਨਾਂ ਨੇ ਬੈਨੀਫਿਟ ਲੈ ਜਾਣਾ ਵੀ ਸਾਡਾ ਜਿਹੜਾ ਇੰਨੇ ਨੰਬਰ ਬਣੇ ਨੇ ਸਾਰੇ ਘਟ ਜਾਣੇ ਨੇ। ਤੁਸੀਂ ਮੌਕਾ ਤਾਂ ਦਿਓ ਨਾ। ਜੇ ਤੁਸੀਂ ਪੁੱਛ ਜਾਵੇਂ ਵੀ ਪੇਪਰ 'ਚ ਤੁਸੀਂ ਕੀ ਲਿਖੋਗੇ, ਕੀ ਦੱਸੋ ਤੁਹਾਨੂੰ ਬੱਚਾ, ਕਿੱਦਾਂ ਦੇ ਕੁਐਸਚਨ ਹੋਣਗੇ ਉੱਥੇ? ਜਿਹੜੀ ਤੁਸੀਂ ਉਦਾਹਰਨ ਦੀ ਗੱਲ ਕਹੀ ਆ, ਬੱਚੇ ਨੂੰ ਕੀ ਪੁੱਛੋਗੇ? ਬੱਚੇ ਨੂੰ ABC ਪੁੱਛਾਂਗੇ, ABC ਸੁਣਾਊਗਾ ਤਾਂ ਸਹੀ ਬੱਚਾ ਨਾ। ਤੁਸੀਂ ਕੋਈ ਇੱਕ ਹਿੰਟ ਤਾਂ ਦੇ ਦਿਓ। ਘਾਟਾ ਨਹੀਂ। ਜਿਹੜੀ ਤੁਸੀਂ ਕਹਿਤਾ ਕਿ ਹਰ ਬੰਦਾ ਘਰੇ ਫਤਿਹ ਬੁਲਾ ਕੇ ਆਵੇ, ਜਿਹੜਾ ਬੰਦਾ ਤੁਹਾਡੇ ਕੋਲੇ ਆਵੇ, ਜਾਣੀ ਕਿ ਪੰਜਾਬ ਦੇ ਜਿੰਨੇ ਯੂਥ ਆ ਜਿਹੜੀ ਨਵੀਂ ਪਨੀਰੀ ਆ ਉਹ ਮਰਵਾਉਣੀ ਹੈ। ਲੈ ਯਾਰ ਤੁਸੀਂ ਹੁਣ ਆਪਦੇ ਆਪ ਮੇਰਾ ਮਰਵਾਉਣ ਵਾਲਾ ਬਿਆਨ ਕਿਹੜਾ ਦਿੱਤਾ? ਨਹੀਂ ਫਿਰ ਉਹ ਫਤਿਹ ਬੁਲਾਉਣ ਦਾ ਕੀ ਮਸਲਾ? ਸ਼ਹੀਦੀਆਂ ਦਾ ਤੁਹਾਡੇ ਇਹ ਕਸੂਰ ਆ। ਤੁਸੀਂ ਧੱਕੇ ਨਾਲ ਬੰਦੇ ਦੇ ਮੂੰਹ 'ਚ ਸ਼ਬਦ ਪਾ ਦਿੰਦੇ ਹੋ। ਮੈਂ ਕਦੋਂ ਕਿਹਾ ਵੀ ਦੰਗਾ ਕਰੋ? ਮੈਂ ਤੁਸੀਂ ਤਰਨਾ ਦਲ ਦੀ ਗੱਲ ਕਰਦੇ ਹੋ, ਕਦੇ ਤਰਨਾ ਦਲ ਦੀ, ਬੁੱਢਾ ਦਲ ਦੀ ਗੱਲ ਕਰਦੇ? ਕਿਉਂ ਨਾ ਕਰੀਏ? ਸਾਡਾ ਇਤਿਹਾਸ ਹੈ ਜੀ, ਸਾਡਾ ਇਤਿਹਾਸ ਹੈ। ਆਪਦੀ ਰੋਟੀ ਨਾਲ ਲੈ ਕੇ ਆਓ। ਸਾਡਾ ਪੈਸੇ ਨਹੀਂ ਹੈਗੇ ਸਾਡੇ ਕੋਲ ਲੰਗਰ ਲਾਉਣ ਨੂੰ। ਠੀਕ ਹੈ, ਜੇ ਇਲਾਕੇ ਦੀ ਸੰਗਤ ਨੇ ਲਾਉਣਾ ਲਾ ਦੇਵੇ। ਠੀਕ ਹੈ ਜੀ।
ਉੱਥੇ ਘਰੇ ਫਤਿਹ ਬੁਲਾ ਕੇ ਦਲੇਰਬੰਦੀ ਆਉਣ। ਜਿਵੇਂ ਤਰਨਾ ਦਲ ਨੂੰ ਬੁੱਢਾ ਦਲ ਕਮਾਂਡ ਦਿੰਦਾ ਉਵੇਂ ਸਾਨੂੰ ਉਹਨਾਂ ਦਲ ਨੂੰ ਕੀ, ਉਹਨਾਂ ਨੇ ਨਿਹੰਗ ਸਿੰਘਾਂ ਨੂੰ ਪਹਿਲਾਂ ਕਹਿੰਦੇ ਨਿਹੰਗ ਸਿੰਘ ਭੰਗ ਪੀਣੇ ਨੇ, ਨਿਹੰਗ ਸਿੰਘ ਆਉਂਦੇ ਨਹੀਂ। ਜਦੋਂ ਨਿਹੰਗ ਸਿੰਘ ਆ ਗਏ ਫਿਰ ਕਹਿੰਦੇ ਵਗ ਜੋ। ਜੰਗਾਂ ਐ ਲੜੀ ਦੇ ਹੁੰਦੇ ਨੇ, ਮਰ ਜਾ ਚਿੜੀਏ ਜਿਉਂ ਜਾ ਚਿੜੀਏ, ਵਿਹਲੇ ਨੇ ਉਹ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਤੋਂ ਉੱਪਰ ਉੱਠ ਕੇ ਕਿਸੇ ਟਾਈਮ ਵੀ ਕੌਮ ਦੇ ਕੰਮ ਆਉਣ ਨੂੰ ਤਿਆਰ ਆ। ਉਹੀ ਬੰਦੇ ਆਇਓ, ਚਾਹੇ ਇੱਕ ਪਿੰਡ 'ਚ ਇੱਕ ਆ ਜੇ ਦੋ ਆ ਜੇ, ਆਧਾਰ ਕਾਰਡ ਨਾਲ ਲੈ ਕੇ ਆਇਓ। ਮਸ਼ਹੂਰ ਹੋਣ ਲਈ ਬੰਦਾ ਜਾਨ ਨਹੀਂ ਦਾਤ ਤੇ ਲਾਉਂਦਾ ਹੁੰਦਾ, ਕੱਪੜੇ ਕੱਢ ਕੇ ਵੱਧ ਤੋਂ ਵੱਧ ਆਪਦੇ ਬੈਕ ਦਿਖਾ ਦੂੰਗਾ, ਮਸ਼ਹੂਰ ਹੋ ਜਾਊਂਗਾ, ਸਮਝ ਗਏ। ਮਹਾਨ ਹੋਣ ਲਈ ਛਾਤੀ 'ਚ ਗੋਲੀ ਖਾਣੀ ਪੈਂਦੀ ਆ। Press the bell icon and never missing video from Sirat Punjab D। ਦਰਸ਼ਕੋ, ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਉਹ ਲਗਾਤਾਰ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਨੇ, ਪਰ ਕਿਸਾਨੀ ਮੁੱਦਿਆਂ ਦਾ ਕੋਈ ਜਿਹੜਾ ਸਿੱਟਾ ਉਹ ਨਹੀਂ ਨਿਕਲ ਰਿਹਾ। ਪਿਛਲੇ ਦਿਨੀ ਇੱਕ ਬਾਬੇ ਵੱਲੋਂ ਵੀਡੀਓ ਪਾਈ ਗਈ ਆ ਸੋਸ਼ਲ ਮੀਡੀਆ ਤੇ ਕਿ ਕਿਸਾਨ ਆਗੂਆਂ ਨੂੰ ਤੁਸੀਂ 15 ਮਹੀਨਿਆਂ ਦਾ ਸਮਾਂ ਦਿੱਤਾ ਹੈ ਤੇ ਮੈਨੂੰ 15 ਦਿਨ ਦਾ ਸਮਾਂ ਦਿਓ ਤੇ ਮੈਂ ਜਿਹੜੇ ਕਿਸਾਨੀ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾ ਦਿਆਂਗਾ। ਜੇ ਨਹੀਂ ਹੱਲ ਹੋਏ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਿਆਂਗਾ। ਇੱਕ ਬਾਬਾ ਗੁਰਵਿੰਦਰ ਸਿੰਘ ਹੈ, ਖੇੜੀ ਜੱਟਾਂ ਵਾਲਾ ਬਾਬਾ ਗੁਰਵਿੰਦਰ ਸਿੰਘ, ਜਿਹੜਾ ਅਨਾਥ ਆਸ਼ਰਮ ਚਲਾਉਂਦਾ ਹੈ। ਇਹ ਖੁਦ ਦਾਅਵਾ ਕਰਦਾ ਹੈ ਕਿ ਜੇ 15 ਦਿਨਾਂ 'ਚ ਮੈਂ ਮਸਲੇ ਨਾ ਹੱਲ ਕਰਵਾ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਜਿੰਨੇ ਇਸ ਵੀਡੀਓ ਨੂੰ ਦੇਖਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਦਾ ਸਲਾਮ, ਰਾਮ ਰਾਮ, ਹਾਲੇਲੂਇਆ। ਬਾਬਾ ਗੁਰਵਿੰਦਰ ਸਿੰਘ ਜੀ, ਤੁਸੀਂ ਇੱਕ ਵੀਡੀਓ ਪਾਈ ਆ, ਉਹ ਕਿਸੇ ਪ੍ਰੈਸ਼ਰ 'ਚ ਆ ਕੇ ਪਾਈ ਆ, ਕੀ ਵੀਡੀਓ ਸੀਗੀ? ਇੱਕ ਵਾਰੀ ਉਹ ਸਟੇਟਮੈਂਟ ਦੁਬਾਰਾ ਦੇ ਦਿਓ। ਮੈਂ ਤਕਰੀਬਨ ਵੀਰ ਜੀ ਗੱਲ ਨੂੰ ਬਹੁਤਾ ਲੰਬਾ ਵੀ ਨਹੀਂ ਲਿਜਾਵਾਂਗਾ, ਕਿਉਂਕਿ ਵੀਡੀਓ ਦੇਖਣ ਵਾਲਿਆਂ ਕੋਲੇ ਸਮਾਂ ਨਹੀਂ ਹੁੰਦਾ। ਸਾਰੇ ਮੈਨੂੰ ਜਾਣਦੇ ਨੇ। ਮੈਂ ਅਨਾਥ ਆਸ਼ਰਮ ਦੇ ਵਿੱਚ 8 ਸਾਲਾਂ ਤੋਂ ਮੇਰੀ ਮੋਟਰ 'ਤੇ ਆਸ਼ਰਮ ਬਣਿਆ ਹੋਇਆ, ਸੇਵਾ ਕਰ ਰਿਹਾ। ਸਾਨੂੰ ਬਾਬਾ ਜ਼ਰੂਰ ਕਹਿੰਦੇ ਨੇ, ਪਰ ਅਸੀਂ ਉਹਨਾਂ ਬਾਬਿਆਂ ਵਰਗੇ ਨਹੀਂ ਜਿਹੜੇ ਲੌਂਗ ਲੈਚੀਆਂ ਦੇ ਕੇ ਥੌਲੇ ਕਰ ਦਿੰਦੇ ਨੇ, ਜਾਂ ਫਿਰ ਗੋਲਕਾਂ ਰੱਖਦੇ ਨੇ, ਜਾਂ ਹਾੜੀਆਂ ਸੋਹਣੀਆਂ ਗਰਾਈਆਂ ਇਕੱਠੀਆਂ ਕਰਦੇ ਨੇ, ਜਾਂ ਦੀਵਾਨ ਲਾ ਕੇ ਪੈਸੇ ਲੈਂਦੇ ਨੇ। ਅਸੀਂ ਆਪਦੀ ਕਿਰਤ ਕਰਕੇ ਖਾਂਦੇ ਹਾਂ। ਦਾਨੀਆਂ ਦਾ ਸਹਿਯੋਗ ਅਸੀਂ ਜਿਹੜਾ ਲੈਂਦੇ ਹਾਂ ਉਹ ਇਹ ਲੈਂਦੇ ਹਾਂ ਵੀ ਉਹ ਰਾਸ਼ਨ ਲੈਂਦੇ ਹਾਂ, ਮਟੀਰੀਅਲ ਲੈਂਦੇ ਹਾਂ, ਜਾਂ ਲੈਂਦੇ ਹਾਂ ਆਪਣਾ ਦਵਾਈਆਂ। ਹਾਂ, ਜੇ ਕੋਈ ਸਾਡਾ ਭਰਾ ਮੇਰੇ ਤੇ ਬਾਹਲਾ ਹੀ ਭਰੋਸਾ ਕਰਕੇ ਮੈਨੂੰ ਪੈਸਾ ਦੇ ਜਾਂਦਾ, ਉਹ ਜਿਵੇਂ ਅਸੀਂ ਮਿਸਤਰੀਆਂ ਨੂੰ ਦਿਹਾੜੀ ਦੇਤੀ, ਬਿੱਲ ਭਰਤਾ, ਇਹ ਤਾਂ ਮੇਰਾ ਹੁਣ ਤੱਕ ਦਾ ਸਿਸਟਮ ਆ। 8 ਸਾਲਾਂ ਤੋਂ ਮੈਂ ਇਹੀ ਸਟੱਡੀ ਕਰ ਰਿਹਾ। ਸਭ ਤੋਂ ਪਹਿਲਾਂ ਸਿੱਖ ਇਤਿਹਾਸ ਬਾਰੇ ਮੈਂ ਸਟੱਡੀ ਕੀਤੀ। ਤੁਸੀਂ ਵੀ ਸਿੱਖ ਹੋ, ਤੁਹਾਨੂੰ ਪਤਾ ਲੱਗਦਾ ਵੀ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਪੜ੍ਹਨ 'ਤੇ ਕਿੰਨਾ ਸਮਾਂ ਲੱਗਦਾ ਸਮੇਤ ਵਿਆਖਿਆ, ਆਈਡੀਆ ਫਿਰ ਵੀ ਜਿਸ ਸਮੇਤ ਮੈਂ ਕਦੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨਹੀਂ ਤੇ ਵਿਆਖਿਆ ਨਹੀਂ ਕੀਤੀ, ਤੇ ਮੈਂ ਕਹਿ ਨਹੀਂ ਸਕਦਾ ਵੀ ਇੰਨਾ ਟਾਈਮ। 4 ਸਾਲ ਲੱਗੇ ਮੈਨੂੰ, 8 ਵਾਰ ਪੜ੍ਹਿਆ ਸਮੇਤ ਵਿਆਖਿਆ। ਗੀਤਾ ਨੂੰ ਪੜ੍ਹਦਾ ਰਿਹਾ, ਭਗਵਤ ਗੀਤਾ ਮਹਾਨ ਬੁੱਕ, ਕ੍ਰਿਸ਼ਨ ਜੀ, ਹਜ਼ਰਤ ਮੁਹੰਮਦ ਸਾਹਿਬ, ਮੂਸਾ ਜੀ, ਬਾਈਬਲ। ਐਂ ਤਾਂ ਨਹੀਂ ਮੈਂ ਕਹਿ ਸਕਦਾ ਵੀ ਉਹਨਾਂ ਧਰਮਾਂ ਬਾਰੇ ਮੈਨੂੰ 100% ਜਾਣਕਾਰੀ ਹੈ, ਜਿੰਨੀ ਕਿ ਮੈਨੂੰ। ਜਿਹੜੀ ਤੁਸੀਂ ਇਹ ਜਾਣਕਾਰੀ ਵਾਲੀ ਗੱਲ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਪੜ੍ਹਿਆ, 4 ਸਾਲ ਲਾਏ ਨੇ। ਮੇਰੀ ਵੀ ਗੱਲ ਸੁਣ ਲਿਓ ਤੁਸੀਂ, ਜਿਹੜੀ 4 ਸਾਲ ਲਾਏ ਨੇ, ਬਾਈਬਲ ਪੜ੍ਹੀ ਆ ਜਾਂ ਗੀਤਾ ਕੁਰਾਨ, ਜੋ ਵੀ ਕੁਝ ਤੁਸੀਂ ਪੜ੍ਹਿਆ, ਸਭ ਧਰਮ ਚੰਗੇ ਨੇ, ਸਾਰੇ ਧਰਮਾਂ ਨੂੰ ਪੜ੍ਹਿਆ, ਪਰ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ 4 ਸਾਲਿਆਂ 'ਚ ਮੈਂ ਵਿਆਖਿਆ ਕਰੀ ਹੈ। 4 ਸਾਲ ਲਾਏ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਨੂੰ। ਜਿੰਨੇ ਵਿਦਵਾਨ ਨੇਗੇ, ਜਿੰਨੇ ਸਿੱਖ ਪ੍ਰਚਾਰਕ ਨੇ, ਹਰ ਸਿੱਖ ਪ੍ਰਚਾਰਕ ਇੱਕ ਪੰਕਤੀ ਦੀ ਵੱਖ-ਵੱਖ ਆਪਣੀ ਸਮਝ ਦੇ ਹਿਸਾਬ ਨਾਲ ਵੱਖੋ ਵੱਖਰੀ ਵਿਆਖਿਆ ਕਰਦਾ। ਇਹ ਇੱਕ ਅਲੱਗ ਮਸਲੇ ਨੇ। ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਹੈ ਪਹਿਲਾਂ ਉਹ ਦੱਸੋ। ਉਸੇ ਤੇ ਆਉਂਗਾ, ਤੁਸੀਂ ਮੈਨੂੰ ਪਹਿਲਾਂ ਵਿੱਚ ਹੀ ਰੋਕਦਾ। ਮਤਲਬ ਇੰਨਾ ਕੁਝ ਕਰਨ ਲਈ ਮੇਰੇ ਕੋਲ ਟਾਈਮ ਨਹੀਂ ਸੀ ਕਿਸੇ ਨਾਲ ਕੰਟਰੋਵਰਸੀ ਕਰਨ ਦਾ। ਤੁਸੀਂ ਮੇਰੀ ਗੱਲ ਪਹਿਲਾਂ ਤਾਂ ਹਰੇਕ ਗੱਲ ਪੂਰੀ ਸੁਣਿਓ, ਮੈਂ ਤੁਹਾਨੂੰ ਕਹੂੰਗਾ ਵੀ ਹੁਣ ਤੁਸੀਂ ਗੱਲ ਕਰੋ, ਫਿਰ ਮੈਨੂੰ ਦਿਆ ਕਰਿਓ, ਠੀਕ ਹੈ ਜੀ। ਹੁਣ ਮੈਂ ਕਰ ਰਿਹਾ। ਪਹਿਲਾਂ ਤਾਂ ਮੇਰੇ ਕੋਲ ਟਾਈਮ ਨਹੀਂ ਸੀ ਕੰਟਰੋਵਰਸੀ ਕਰਨ ਦਾ, ਮੈਂ ਸੇਵਾ 'ਚ ਉਲਝਿਆ ਹੋਇਆ ਸੀ। ਜਦ ਦਾ ਕਿਸਾਨਾਂ ਦਾ ਧਰਨਾ ਲੱਗਿਆ, ਉਦੋਂ ਦਾ ਮੈਂ ਕਿਸਾਨਾਂ ਬਾਰੇ ਅਤੇ ਕਿਸਾਨ ਆਗੂਆਂ ਬਾਰੇ ਸਟੱਡੀ ਕਰ ਰਿਹਾ ਬਹੁਤ ਜ਼ਿਆਦਾ। ਉਸ ਤੋਂ ਪਹਿਲਾਂ 8 ਸਾਲ ਮੈਂ ਕੀ ਕਰਦਾ ਰਿਹਾ, ਮਰੀਜ਼ਾਂ ਦੀ ਸੇਵਾ ਕਰਦਾ ਰਿਹਾ। ਡੈਮੋਕ੍ਰੇਸੀ ਕੀ ਆ, ਡਿਕਟੇਟਰਸ਼ਿਪ ਕੀ ਆ, ਜੰਗਾਂ ਕਿਵੇਂ ਲੜੀਆਂ ਜਾਂਦੀਆਂ ਨੇ, ਜੰਗਾਂ ਜਿੱਤੀਆਂ ਕਿਵੇਂ ਜਾਂਦੀਆਂ ਨੇ, ਡੈਮੋਕ੍ਰੇਸੀ ਦੇ ਵਿੱਚ ਜਨਤਾ ਕਿਵੇਂ ਸੋਚਦੀ ਆ, ਲੀਡਰ ਕਿਵੇਂ ਸੋਚਦੇ ਨੇ, ਕਮਾਂਡਰ ਕਿਵੇਂ ਸੋਚਦੇ ਨੇ, ਡਿਕਟੇਟਰਸ਼ਿਪ 'ਚ ਜਨਤਾ ਕਿਵੇਂ ਸੋਚਦੀ ਆ, ਜੰਗਾਂ ਨੂੰ ਕਿਵੇਂ ਲੜਿਆ ਜਾਂਦਾ, ਜੰਗ ਦਾ ਕਮਾਂਡਰ ਕਿਹੋ ਜਿਹਾ ਹੋਣਾ ਚਾਹੀਦਾ, ਕਮਾਂਡਰ ਜਿੱਤਦਾ ਕਿਵੇਂ ਆ, ਇਹ ਪੜ੍ਹਦਾ ਰਿਹਾ। ਮੈਨੂੰ ਇਸ ਲੜਾਈ ਦੇ ਵਿੱਚ, ਸੰਘਰਸ਼ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਵੀ ਸਾਰੇ ਇਮਾਨਦਾਰ ਨੇ। ਇਹ ਰੱਬ ਜਾਣਦਾ ਜਾਂ ਪੰਜਾਬ ਜਾਣਦਾ ਵੀ 32 ਜਥੇਬੰਦੀਆਂ ਨੇ, ਸਾਰੇ ਇਮਾਨਦਾਰ ਨੇ, ਮੈਂ ਤਾਂ ਮੰਨਦਾ, ਬਾਕੀ ਦੁਨੀਆ ਜਾਣਦੀ ਹੋ। ਪਰ ਮੈਨੂੰ ਇਹ ਪਹਿਲਾਂ ਪਤਾ ਲੱਗਿਆ ਵੀ ਪੂਰੇ ਸੰਘਰਸ਼ ਦਾ ਕਮਾਂਡਰ ਤਾਂ ਕੋਈ ਹੈ ਹੀ ਨਹੀਂ।
ਅੱਜ ਤੱਕ ਦੀ ਇੱਕ ਵੀ ਇਦਾਂ ਦੀ ਜੰਗ ਦਿਖਾ ਦਿਓ ਜਿਹਦੇ ਵਿੱਚ ਇੱਕ ਚੀਫ ਨਾ ਹੋਵੇ ਜਾਂ ਕਮਾਂਡਰ ਨਾ ਹੋਵੇ। ਘੱਟੋ ਘੱਟ ਇੱਕ ਕਮਾਂਡਰ, 32 ਜਥੇਬੰਦੀਆਂ ਹੋ ਸਕਦੀਆਂ ਨੇ, ਕਮਾਂਡਰ ਤਾਂ ਇੱਕ ਜ਼ਰੂਰੀ ਹੈ ਨਾ। ਠੀਕ ਹੈ ਜੀ। 4 ਭਰਾ ਆਪਾਂ ਘਰੇ ਹੁੰਨੇ, ਆਪਣੀ ਆਪਸ 'ਚ ਨਹੀਂ ਬਣਦੀ, ਬੱਤੀਆਂ ਦੀ ਆਪਸ 'ਚ ਕਿਵੇਂ ਬਣਦੀ? ਤਾਂ ਹੀ ਤਾਂ ਝੜੂਨੀ ਸਾਹਿਬ ਅੱਡ ਫਿਰਦੇ ਆ, ਗਰਾਹਾਂ ਸਾਹਿਬ ਅੱਡ ਫਿਰਦੇ ਆ, ਰਾਜੇਵਾਲ ਸਾਹਿਬ ਅੱਡ ਫਿਰਦੇ ਆ। ਕਿਉਂ ਫਿਰਦੇ ਆ? ਇੱਦਾਂ ਜੰਗ ਨਹੀਂ ਜਿੱਤੀ ਜਾਣੀ, ਪੰਜਾਬ ਦਾ ਨੁਕਸਾਨ ਹੋਰ ਹੋ ਜਾਣਾ। ਬਾਕੀ ਰਹੀ ਗੱਲ ਜਿਹੜੀ ਮੈਂ ਵੀਡੀਓ ਪਾਈ ਆ, ਉਹ ਤੇ ਅੱਜ ਮੇਰਾ ਪੂਰਾ ਫੁੱਲ ਸਟੈਂਡ ਆ। ਜਿਵੇਂ ਵੀ ਮੈਂ ਬਿਆਨ ਦਿੱਤੇ ਨੇ ਉਹ ਸਹੀ ਦਿੱਤੇ ਨੇ, ਉਹਦੇ ਵਿੱਚ ਮੈਂ ਕਿਸੇ ਨੂੰ ਮਾੜਾ ਨਹੀਂ ਕਿਹਾ। ਜੇ ਤੁਹਾਨੂੰ ਕੁਝ ਮਾੜਾ ਲੱਗਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਹਾਂਜੀ, ਹੁਣ ਤੁਸੀਂ ਦੱਸੋ। ਜਿਹੜੀ ਵੀਡੀਓ ਦਰਸ਼ਕੋ ਇਹਨਾਂ ਨੇ ਪਾਈ ਆ, ਉਹ ਵੀਡੀਓ ਇਹਨਾਂ ਨੂੰ ਆਪਾਂ ਪੁੱਛਿਆ ਕਿ ਉਹ ਸਟੇਟਮੈਂਟ ਦੁਬਾਰੇ ਦਿਓ, ਪਰ ਉਹ ਵੀਡੀਓ ਦੇ ਵਿੱਚ ਹੀ ਤੁਸੀਂ ਸੁਣ ਲਿਓ। ਉਹ ਵੀਡੀਓ ਤੁਹਾਨੂੰ ਸੁਣਾਵਾਂਗੇ ਅਸੀਂ ਦੁਬਾਰੇ ਕਿ ਹਾਂ। ਦੁਬਾਰਾ ਸਟੇਟਮੈਂਟ ਮੇਰੀ ਇਹ ਆ ਵੀ ਸਾਡੇ ਕਿਸਾਨ ਆਗੂ ਨੇ ਜਿਹੜੇ, ਉਹ ਬੜੇ ਲੰਮੇ ਟਾਈਮ ਤੋਂ ਸੰਘਰਸ਼ ਕਰ ਰਹੇ ਨੇ। ਉਹਨਾਂ ਨੇ ਬੇਝਿਜਕ ਮੈਨੂੰ ਕਹਿੰਦੇ ਹੋਏ ਕੋਈ ਨਹੀਂ, ਉਹ ਮੇਰੇ ਬਜ਼ੁਰਗ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆ। ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਗਏ ਨੇ। ਪਰ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੁਢੇਪੇ ਦੇ ਵਿੱਚ ਬੰਦਾ ਨਹੀਂ ਕਰ ਸਕਦਾ, ਉਹਨਾਂ ਦੀ ਉਮਰ ਦਾ ਲਿਹਾਜ਼ਾ। ਜਿਵੇਂ ਕਿ ਮੇਰੀ ਮਾਤਾ ਹੁਣ ਬਜ਼ੁਰਗ ਹੈ, ਉਹ ਮੈਨੂੰ ਜਦੋਂ ਮੇਰੀ ਵੀਡੀਓ ਪਈ ਉਦੋਂ ਪਹਿਲਾਂ ਮੈਨੂੰ ਪਤਾ ਸੀ ਵੀ ਇਹਨੇ ਪਾਉਣੀ ਆ, ਹੁਣ ਤਿਆਰੀ ਹੋ ਚੁੱਕੀ ਸੀ। 15 ਅਗਸਤ ਤੋਂ ਬਾਅਦ 16 ਅਗਸਤ ਨੂੰ ਮੈਂ ਪਾਉਣੀ ਸੀ ਪੂਰੀ ਤਿਆਰੀ ਨਾਲ। ਇਹ ਨਹੀਂ ਹੈਗਾ ਵੀ ਅੱਜ ਮੈਂ ਸਟੇਟਮੈਂਟ ਦੇਤੀ ਕੱਲ੍ਹ ਨੂੰ ਮਾफ़ੀ ਮੰਗ ਲੂੰਗਾ। ਮਾफ़ੀ ਮੰਗਣ ਵਾਲੇ ਦੇ ਘਰ ਨਹੀਂ ਮੈਂ ਜੰਮਿਆ। ਠੀਕ ਹੈ ਜੀ। ਨਾ ਮੈਂ ਜਵਾਨ ਤੋਂ ਮੁੱਕਰਨ ਵਾਲਿਆਂ ਦੇ ਘਰ ਜੰਮਿਆ। ਪਹਿਲੀ ਗੱਲ 16 ਅਗਸਤ ਨੂੰ ਪਾਉਣੀ ਸੀ, ਉਹ ਕੁਛ ਵੱਡਾ ਕੰਮ ਹੋਰ ਹੋਣ ਕਰਕੇ 19 ਤਰੀਕ ਅਗਸਤ ਨੂੰ ਪੈ ਸਕੀ। 20 ਤਰੀਕ ਨੂੰ ਮੈਨੂੰ ਦਿੱਲੀ ਤੋਂ ਪੁਲਿਸ ਚੱਕਣ ਆ ਗਈ ਸੀ। 20 ਤਰੀਕ ਨੂੰ ਸ਼ੁਕਰ ਆ ਸਾਡੇ ਇਸ ਪ੍ਰਸ਼ਾਸਨ ਦਾ, ਸੰਗਰੂਰ ਜ਼ਿਲ੍ਹੇ ਦਾ SP ਕਰਨਵੀਰ ਸਿੰਘਾਂ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਸਿਕਿਉਰਿਟੀ ਦਿੱਤੀ। ਦਿੱਲੀ ਪੁਲਿਸ ਨੂੰ ਸਾਡੇ ਲਵੇ ਤੱਕ ਨਹੀਂ ਲੱਗਣ ਦਿੱਤਾ। ਬਾਕੀ ਅਸੀਂ ਆਪ ਦਿੱਲੀ ਪੁਲਿਸ ਕਿਸ ਗੱਲ ਕਰਕੇ ਲੈਣ ਆਈ ਹੁਣ ਤੁਹਾਨੂੰ ਪਤਾ ਹੋਊਗਾ ਜੀ, ਡੈਮੋਕ੍ਰੇਸੀ ਆ। ਵੀਡੀਓ ਦੇ ਵਿੱਚ ਮੈਂ ਦਿੱਲੀ ਨੂੰ ਮਾੜਾ ਬੋਲੇ, ਕਿਸੇ ਨੂੰ ਉਹਨੂੰ ਮਾੜਾ ਬੋਲੇ, ਕਿਸਾਨ ਆਗੂ ਨੂੰ ਬੇਨਤੀ ਕਰੀ ਸੀ। ਫਿਰ ਇਹ ਕੀ ਗੱਲ ਬਣੀ ਵੀ ਡੈਮੋਕ੍ਰੇਸੀ ਅਸੀਂ ਇੰਨਾ ਵੀ ਨਹੀਂ ਬੋਲ ਸਕਦੇ ਹੈ ਨਾ। ਹੁਣ ਬਾਕੀ ਕੀ ਸਵਾਲ ਸੀ ਤੁਹਾਡਾ? ਮੇਰਾ ਸਵਾਲ ਸੀ ਸਟੇਟਮੈਂਟ ਦੀ, ਆਪਾਂ ਪਹਿਲਾਂ ਸਟੇਟਮੈਂਟ ਦੁਆਰਾ ਦੇਣੀ ਆ। ਮੇਰੀ ਸਟੇਟਮੈਂਟ ਇਹੀ ਹੈ ਵੀ ਜਿਹੜੀ ਮੇਰੀ ਮਾਤਾ, ਉਹ ਮੈਨੂੰ ਕਹਿ ਰਹੀ ਹੱਥ ਬੰਨ੍ਹ ਕੇ ਵੀ ਤੂੰ ਨਾ ਜਾ, ਆਪਾਂ ਪੱਟੇ ਜਾਵਾਂਗੇ, ਤੇਰਾ ਡੈਡੀ ਚੜ੍ਹਾਈ ਕਰ ਗਿਆ, ਤੈਨੂੰ ਵਧੀਆ ਪੈਸਾ ਬਣਦਾ, ਤੂੰ ਆਪਦੀ ਜ਼ਿੰਦਗੀ ਜਿਉਂ, ਤੇਰੇ ਕੋਲ ਘੋੜੀਆਂ ਨੇ, ਗੱਡੀਆਂ ਨੇ, ਸਭ ਕੁਛ ਆ, ਪਰ ਤੂੰ ਇੱਧਰ ਨਾ ਜਾ। ਉਹਨੂੰ ਪਤਾ ਵੀ ਸਭ ਕੁਝ ਜਾੜ ਦੂ ਇਹ। ਠੀਕ ਆ। ਹੁਣ ਉਹਨੇ ਮੇਰੇ ਪੈਰਾਂ 'ਚ ਵੀ ਚੁੰਨੀ ਧਰਤੀ, ਮੈਂ ਫਿਰ ਵੀ ਇੱਧਰ ਆ ਗਿਆ। ਹੁਣ ਉਹ ਸਹੀ ਹੈ ਜਾਂ ਮੈਂ ਸਹੀ ਹਾਂ? ਤੁਸੀਂ ਦੱਸੋ। ਠੀਕ ਹੈ। ਮਾਂ ਆਪਦੀ ਜਗ੍ਹਾ ਸਹੀ ਆ, ਹੀ ਕਹਿਣਾ ਸੀ ਨਾ। ਮੈਂ ਆਪਦੀ ਜਗ੍ਹਾ ਸਹੀ ਹਾਂ, ਮਾਂ ਦੀ ਮਮਤਾ ਆਪਦੀ ਜਗ੍ਹਾ ਸਹੀ ਆ। ਇਸੇ ਤਰ੍ਹਾਂ ਕਿਸਾਨ ਆਗੂਆਂ ਨੂੰ ਇਹ ਕਹਿਣਾ ਵੀ ਉਹਨਾਂ ਦੀ ਜਿਹੜੀ ਮਮਤਾ, ਉਹਨਾਂ ਦਾ ਜਿਹੜਾ ਬਜ਼ੁਰਗ ਅਵਸਥਾ ਹੋਣ ਕਰਕੇ ਉਹ ਡਰਦੇ ਨੇ। ਇਹ ਅੱਜ ਵੀ ਮੈਂ ਕਹਿੰਦਾ ਬਾਬਾ ਗੁਰਵਿੰਦਰ ਨਹੀਂ ਡਰਦਾ? ਨਹੀਂ, ਸੱਚ ਦੀ ਅੱਜ ਤਾਂ ਕੋਈ ਮੈਂ ਨਹੀਂ ਡਰਦਾ ਜੀ। ਬਾਬਾ ਗੁਰਵਿੰਦਰ ਜੀ, ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਆ, ਦਿੱਲੀ 'ਚ ਕਿਸਾਨ ਆਗੂ ਬੈਠੇ ਨੇ, ਉਹ ਆਪਣੀ ਕਮਾਂਡ ਤੁਹਾਡੇ ਹਵਾਲੇ ਕਰ ਦੇਣ। 15 ਦਿਨਾਂ 'ਚ ਤੁਸੀਂ ਕਿਹਾ ਕਿ ਬਿੱਲ ਵਾਪਸ ਲਿਆਉਣਗੇ। ਇਹੋ ਜੀ ਕਿਹੜੀ ਗਿੱਦੜ ਸਿੰਘੀ ਆ ਤੁਹਾਡੇ ਕੋਲ ਜਿਹੜੀ ਤੁਸੀਂ 15 ਦਿਨਾਂ 'ਚ ਬਿੱਲ ਵਾਪਸ ਕਰਾ ਦਿਓ? ਇੱਕ ਤਾਂ ਜੀ ਦੇਖੋ, ਰਾਤ ਨੂੰ ਵੀ ਬੜੇ ਵੀਰਾਂ ਦੇ ਫੋਨ ਆਏ, ਹਜ਼ਾਰਾਂ ਬੰਦਿਆਂ ਨੇ ਸਮਰਥਨ ਦਿੱਤਾ। 1-2 ਪਾਰਟੀਆਂ, ਗਰਾਹਾਂ ਜਥੇਬੰਦੀ ਵੀ ਆ ਕੇ ਗਈ ਆ, ਇੰਟਰਵਿਊ ਵੀ ਪਈ ਆ, ਪੂਰਾ ਮੈਨੂੰ ਸਮਰਥਨ ਦੇ ਕੇ ਗਏ ਨੇ। ਬੜੀ ਜਥੇਬੰਦੀਆਂ ਨੇ ਪਿਆਰ ਨਾਲ ਵੀ ਗੱਲ ਕੀਤੀ ਆ, ਕੁਝ ਜਥੇਬੰਦੀਆਂ ਨੇ ਗਾਲੀ ਗਲੋਚ ਵੀ ਕੀਤਾ। ਸਭ ਕੁਝ ਚੱਲਦਾ ਹੁੰਦਾ ਸੰਘਰਸ਼ ਦੇ ਵਿੱਚ। ਜਿਵੇਂ ਕਿ ਹੁਣ ਫੇਸਬੁੱਕ ਲਾ ਲਓ, ਛੋਟੀ ਜੀ ਗੱਲ ਮੈਂ ਵਿਸ਼ੇ ਤੋਂ ਪਰੇ ਕਰਦਾ। ਫੇਸਬੁੱਕ ਤੇ ਤਰ੍ਹਾਂ ਤਰ੍ਹਾਂ ਦੀ ਸੋਚ ਹੁੰਦੀ ਆ। ਅੱਜ ਤੱਕ ਮੈਂ ਕਦੇ ਕਿਸੇ ਫੇਸਬੁੱਕ ਤੇ ਕਿਸੇ ਨੂੰ ਨੈਗੇਟਿਵ, ਮਾੜਾ, ਦਿਲ ਦਿਖਾਉਣ ਵਾਲਾ ਕਮੈਂਟ ਨਹੀਂ ਕੀਤਾ। ਕੁਛ ਨਾ ਪ੍ਰਜਾਤੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ। ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਤੇ ਤੁਹਾਡੀ ਜਨਮ ਆਫ ਡੇਟ ਕੀ ਆ? 91, 92, 95 ਤੱਕ ਦਾ ਸੀਜ਼ਨ ਰਿਹਾ। 85 ਤੋਂ ਲੈ ਕੇ ਵੀ ਜਿਹੜੇ ਮੁੰਡੇ ਹੁੰਦੇ ਤੇ, ਜਿਵੇਂ ਕੋਈ 8ਵੀਂ ਜਮਾਤ 10ਵੀਂ ਜਮਾਤ 'ਚ ਕਿਸੇ ਕੁੜੀ ਦੀ ਕਿਸੇ ਮੁੰਡੇ ਨਾਲ ਗੱਲ ਹੋ ਜਾਣੀ, ਉਹਨਾਂ ਨੇ ਬਾਥਰੂਮ 'ਚ ਜਾ ਕੇ ਲਿਖ ਦੇਣਾ ਕੁੜੀ ਬਾਰੇ ਮਾੜਾ ਚੰਗਾ ਲਿਖਦੇ ਹੁੰਦੇ ਸੀ ਨਾ ਬਾਥਰੂਮਾਂ 'ਚ। ਫਲਾਨੀ ਦਾ ਨੰਬਰ ਇਹ, ਫਲਾਨੀ, ਹੁਣ ਇਤਰਾਜ਼ਯੋਗ ਸ਼ਬਦ ਹੋਣਗੇ, ਮੈਂ ਭੈਣਾਂ ਵੇਖਣਗੀਆਂ, ਲਿਖ ਦਿੰਦੇ ਸੀ ਨਾ। ਉਹ ਜਿਹੜੀਆਂ ਪ੍ਰਜਾਤੀਆਂ ਨੇ ਹੁਣ ਉਹ ਵੱਡੀਆਂ ਹੋ ਗਈਆਂ। ਹੁਣ ਉਹਨਾਂ ਹੱਥਾਂ ਦੇ ਵਿੱਚ ਬਾਥਰੂਮ ਦੀ ਜਗ੍ਹਾ ਤੇ ਫੇਸਬੁੱਕ ਆ ਗਈ। ਉਹ ਇੱਕ ਇੱਦਾਂ ਦਾ ਪਲੇਟਫਾਰਮ ਆ, ਉਹ ਬਾਥਰੂਮ ਦੀ ਉਹ ਕੰਧ ਆ ਜਿਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਹੁੰਦਾ ਕੌਣ ਲਿਖ ਰਿਹਾ, ਕੀ ਲਿਖ ਰਿਹਾ। ਇਹਦੇ ਉੱਪਰ ਕੋਈ ਇਹ ਤਾਂ ਹੈ ਨਹੀਂ ਵੀ ਜਿਹਦੇ ਜੀ ਕਰਦਾ ਲਿਖ ਲਓ, ਡੈਮੋਕ੍ਰੇਸੀ। ਮੈਂ ਉਹਨਾਂ ਨੂੰ ਹੱਕ ਦਿੰਦਾ ਗਾਲਾਂ ਕੱਢਣ ਦਾ। ਜਦੋਂ ਮੈਂ ਹੱਕ ਰੱਖਦਾ ਕਿਸਾਨਾਂ ਨੂੰ ਬੋਲਣ ਦਾ, ਮੈਂ ਕਿਵੇਂ ਰੋਕ ਸਕਦਾ ਵੀ ਤੁਸੀਂ ਮੈਨੂੰ ਗਾਲਾਂ ਨਾ ਕੱਢੋ? ਦਿਸ ਇਜ਼ ਉਹਨਾਂ ਦਾ ਮੈਟਰ। ਉਹ ਮੈਨੂੰ ਕੱਢ ਸਕਦੇ ਨੇ, ਮੈਨੂੰ ਕੋਈ ਗੁੱਸਾ ਨਹੀਂ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਧੀ ਵਿੱਚ ਤਾਂ ਕਮੈਂਟ ਪੜ੍ਹਦੇ ਹੀ ਨਹੀਂ ਕਿਸੇ ਦਾ ਵੀ, ਪੋਜ਼ੀਟਿਵ ਨੈਗੇਟਿਵ। ਅਸੀਂ ਤਾਂ ਸੰਘਰਸ਼ ਦਿੱਲੀ ਨਾਲ ਲੜਨਾ। ਠੀਕ ਹੈ ਜੀ। ਤੇ ਬਾਕੀ ਰਹੀ ਗੱਲ ਗਿੱਦੜ ਸਿੰਘੀ ਵਾਲੀ, ਰਾਤ ਨੂੰ ਵੀ ਵੀਰ ਇਹੀ ਫੋਨ ਕਰਦੇ ਨੇ ਵੀ ਤੁਹਾਡਾ ਪਲਾਨ ਕੀ ਆ। ਮੇਰਾ ਪਲਾਨ ਪਹਿਲਾਂ ਇਹ ਆ ਵੀ ਪੰਜਾਬ ਦੇ ਵਿੱਚੋਂ ਇੱਕ ਨੌਜਵਾਨ ਉੱਠ ਕੇ ਮੇਰੇ ਕੋਲ ਉਹ ਆਓ ਜਿਹੜਾ ਸ਼ਹੀਦੀ ਪਾਉਣ ਨੂੰ ਤਿਆਰ ਆ ਤੇ ਫਤਿਹ ਬੁਲਾ ਕੇ ਘਰੇ ਆਵੇ। ਉਹਦੀ ਮੈਂ ਇੰਟਰਵਿਊ ਲਵਾਂਗਾ, ਉਹ ਤੋਂ ਹਲਫੀਆ ਬਿਆਨ ਤੇ ਸਾਈਨ ਕਰਾਊਂਗਾ। ਜੇ ਉਹ ਵਾਕਈ ਸ਼ਹੀਦੀ ਦੇਣ ਲਈ ਤਿਆਰ ਹੋਇਆ ਤਾਂ ਮੈਂ ਉਹਨੂੰ ਆਪਣਾ ਸਾਰਾ ਪਲਾਨ ਸਮਝਾਊਂਗਾ।
ਇਦਾਂ ਨਹੀਂ ਜੀ ਮੈਂ ਕਿਸੇ ਨੂੰ ਸਮਝਾ ਸਕਦਾ, ਇਦਾਂ ਦੋ ਪੈਗ ਲਾ ਕੇ ਹਰੇਕ ਕਹਿੰਦਾ। ਠੀਕ ਹੈ, ਅਸੀਂ ਤਾਂ ਤੁਹਾਡੇ ਕੋਲੇ ਸੋਫੀ ਬੈਠੇ ਆ, ਅਸੀਂ ਪੈਗ ਲਾ ਕੇ ਨਹੀਂ ਨਾ ਆਏ ਤੁਹਾਡੇ ਕੋਲੇ। ਹੋ ਸਕਦਾ ਨਹੀਂ ਸ਼ਹੀਦੀ ਦੇਣ ਨੂੰ ਮੈਨੂੰ ਐ ਦੱਸੋ ਤੁਸੀਂ, ਜਿਹੜੀਆਂ ਸ਼ਹੀਦੀਆਂ ਉੱਥੇ ਹੋਈਆਂ ਨੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਸ਼ਹੀਦ ਮੰਨਦਾ। ਤੁਹਾਨੂੰ ਵਿਚਲੀਆਂ ਗੱਲਾਂ ਦਾ ਜਦੋਂ ਪਤਾ ਨਹੀਂ, ਪੱਤਰਕਾਰ ਸਾਹਿਬ ਪੂਰੀ ਸਟੱਡੀ ਕਰੋ। ਕੱਲ ਮੇਰੀ ਜਥੇਬੰਦੀਆਂ ਦੇ ਕਿਸੇ ਬੰਦੇ ਨਾਲ ਗੱਲ ਹੋਈ ਆ, ਮੈਂ ਕਿਹਾ ਜਿਹੜੇ ਇੱਥੇ ਬੰਦੇ ਸ਼ਹੀਦ ਹੋ ਗਏ ਜੰਗ ਦੇ ਦੌਰਾਨ, ਕਹਿੰਦਾ ਉਹ ਕਿਹੜੇ ਯਾਰ ਸ਼ਹੀਦ ਹੋ ਗਏ, ਕਹਿੰਦਾ ਜੇ ਕੋਈ ਹੁਣ ਹਾਰਟ ਅਟੈਕ ਨਾਲ ਮਰ ਗਿਆ, ਕੋਈ ਸ਼ੂਗਰ ਨਾਲ ਮਰ ਗਿਆ। ਇਹ ਗੱਲ ਕਿਹਨੇ ਕਹੀ? ਇਹ ਗੱਲ ਕਿਸੇ ਜਥੇਬੰਦੀ ਦੇ ਬੰਦੇ ਨੇ ਕਹੀ ਆ। ਆਗੂ ਨੇ ਤਾਂ ਨਹੀਂ ਕਹੀ ਕਿਸੇ ਨੇ? ਨਹੀਂ ਜੀ, ਆਗੂ ਦਾ ਨਾਂ ਨਹੀਂ ਲਿਆ, ਜਥੇਬੰਦੀ ਦਾ ਆਗੂ ਦਾ ਸ਼ਾਇਦ ਨਾਂ ਲਿਆ ਸੀ, ਮੈਂ ਉਹ ਮੇਰੇ ਯਾਦ ਨਹੀਂ, ਪਰ ਉਹ ਜਥੇਬੰਦੀਆਂ ਦਾ ਬੰਦਾ। ਹੁਣ ਤੁਸੀਂ ਜਥੇਬੰਦੀ ਦਾ ਬੰਦਾ ਕਿਹਾ, ਹੋ ਸਕਦਾ ਤੁਹਾਡੀ ਟੀਮ ਦਾ ਕੋਈ ਬੰਦਾ ਕੋਈ ਗੱਲ ਤੁਹਾਡੇ ਖਿਲਾਫ ਬੋਲਦਾ, ਫਿਰ ਇਹ ਮੰਨ ਲਾਂਗੇ ਕਿ ਬਾਬਾ ਗੁਰਵਿੰਦਰ ਬੋਲਦਾ, ਇਹ ਕੰਮ ਬਾਬਾ ਗੁਰਵਿੰਦਰ ਕਰਦਾ, ਇਹ ਮੰਨ ਲਾਂਗੇ ਗੱਲ? ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਮੈਂ ਤਾਂ ਐਜ ਤੁਹਾਨੂੰ ਦੱਸ ਰਿਹਾ, ਮੈਂ ਕਿਹੜਾ ਉਹਨਾਂ ਦੇ ਦਰਖਾਸਤ ਦੇ ਆਇਆ ਜਾ ਕੇ ਵੀ ਐਲੀਗੇਸ਼ਨ ਲਾਤਾ। ਮੈਂ ਤੁਹਾਨੂੰ ਦੱਸਿਆ ਵੀ ਇਦਾਂ ਦੀ ਮੈਨੂੰ ਕਾਲ ਆਈ ਆ, ਉਹ ਕਹਿੰਦਾ ਮੈਂ ਕਿਸਾਨ ਪੂਰੀ ਗੱਲ ਦੱਸਾਂ, ਮੈਂ 12:30 ਵਜੇ ਹੋਏ ਸੀ ਰਾਤ ਦੇ, ਇੱਕ ਕਾਲ ਦੀ ਗੱਲ ਦੱਸਦਾ, ਹਜ਼ਾਰਾਂ ਕਾਲਾਂ ਅਫਸਰਾਂ ਦੀਆਂ, ਹਜ਼ਾਰਾਂ ਕਾਲਾਂ ਪੜ੍ਹੇ ਲਿਖਿਆਂ ਦੀਆਂ, ਹਜ਼ਾਰਾਂ ਗੱਲਾਂ ਯੂਨੀਵਰਸਿਟੀ ਦੇ ਕਾਲਜਾਂ ਦੇ ਪ੍ਰਧਾਨਾਂ ਦੀਆਂ ਆਈਆਂ, ਤੁਹਾਡੇ ਨਾਲ ਖੜ੍ਹਿਆਂ ਸ਼ਹੀਦੀ ਦੇਣ ਨੂੰ, ਕਿਸੇ ਨੂੰ ਨਹੀਂ ਮੈਂ ਬੁਲਾਇਆ। ਮੈਂ ਕਿਹਾ ਜੀ ਸਮਾਂ ਆਊਗਾ ਉੱਦੇ ਬੁਲਾਵਾਂਗੇ। 12:30 ਵਜੇ ਰਾਤ ਨੂੰ ਮੈਨੂੰ ਕਾਲ ਆ ਗਈ, ਸਾਡੇ ਉਹ ਮੁੰਡੇ ਨੇ ਚੱਕ ਲਿਆ, ਮਨਜੀਤ ਉਰਿਆ ਆਈ ਆ ਜਾ, ਜੋ ਤਾਂ ਫੋਨ ਚੱਕਿਆ ਉਹਨਾਂ ਨੂੰ ਆ ਜਾ, ਜੋ ਤਾਂ ਫੋਨ ਚੱਕਿਆ, ਚੱਕਣ ਸਾਰ ਬੰਦੇ ਨੇ ਕੀ ਕਿਹਾ, ਰਾਤੀ ਜਿਹੜਾ ਨਾ ਰਾਤ ਨਹੀਂ, ਜਿਹੜਾ ਉਹਦੇ ਫੋਨ ਚੱਕਿਆ ਸੀ ਰਾਤ ਨੂੰ, ਜਦੋਂ ਮੈਂ ਤੂੰ ਕਹਿੰਦੀ ਬਾਬਾ ਜੀ ਸੌਂ ਗਏ, ਹਾਂਜੀ ਕੀ ਕਰਦਾ ਕਿਹਾ ਤੇ ਉਹ ਇਹੀ ਗਾਲਾਂ ਹੀ, ਪਹਿਲਾਂ ਤਾਂ ਗਾਲਾਂ ਲੱਗੇ ਜੀ ਕੱਢਣਾ। ਹਾਂ ਗਾਲਾਂ ਲੱਗ ਗਿਆ ਕੱਢਣ ਬਿਨਾਂ ਕੁਛ ਸੁਣੇ। ਇਹ ਕਹਿੰਦਾ ਜੀ ਬਾਬਾ ਜੀ 12:30 ਹੋ ਗਏ, ਸੌਂ ਗਏ, ਕਿਆ ਠਾਲ ਉਹਨਾਂ ਨੂੰ। ਮੇਰੀ ਅੱਖ ਖੁੱਲ ਗਈ, ਮੈਂ ਕਿਹਾ ਲੈ ਫੋਨ ਫੜਾ, ਮੈਂ ਰਿਕਾਰਡਿੰਗ ਤੇ ਲਾ ਲਿਆ, ਮੈਂ ਕਿਹਾ ਵੀ ਕੱਢ ਗਾਲਾਂ। ਕੱਢੂਗਾ ਮੈਂ, ਐਂ ਕਰਦਾ ਤੂੰ ਕਿਸਾਨਾਂ ਦੇ ਤਾਂ ਉਲਟ ਵੀਡੀਓ ਪਾਈ ਆ, ਕਿਸਾਨਾਂ ਆਗੂਆਂ ਨੂੰ ਤੂੰ ਮਾੜਾ ਕਿਹਾ। ਮੈਂ ਠੀਕ ਹੈ ਵੀਰ ਜੀ, ਮੈਂ ਗਾਲਾਂ ਤਾਂ ਨਹੀਂ ਕੱਢਣੀਆਂ। ਮੈਂ ਐਸਐਸਪੀ ਸਾਹਿਬ ਕੋਲੇ ਰਿਕਾਰਡਿੰਗ ਜਾ ਰਹੀ ਹੈ, ਟਰੈਕ 'ਤੇ ਮੇਰਾ ਫੋਨ, ਤੇ ਕਹਿੰਦਾ ਚੁੱਪ ਕਰ ਗਿਆ। ਮੈਂ ਵੀਡੀਓ ਵੇਖੀ ਆ, ਕਹਿੰਦਾ ਨਾ ਜੀ। ਮੈਂ ਕਿਹਾ ਫਿਰ ਗਾਲਾਂ ਉੱਦਾਂ ਹੀ ਕਰਤੀਆਂ। ਹੁਣ ਇਹਨਾਂ ਦਾ ਪੇਸ਼ੈਂਸ ਲੈਵਲ ਦੇਖੋ, ਇਹਨਾਂ ਦਾ ਲੈਵਲ ਹੈਗਾ ਮੋਦੀ ਸਾਹਿਬ ਨਾਲ ਗੱਲ ਕਰਨ ਦਾ, ਜਿਨ੍ਹਾਂ ਨੂੰ ਵੀਡੀਓ ਤੱਕ ਨਹੀਂ ਦੇਖੀ ਗਾਲਾਂ ਪਹਿਲਾਂ ਹੀ ਕੱਢਤੀਆਂ। ਕਹਿੰਦਾ ਮੈਨੂੰ ਤਾਂ ਫਲਾਨਾ ਕਹਿੰਦਾ ਤੀ ਆਗੂਆਂ ਕਿ ਨਹੀਂ, ਆਗੂਆਂ ਬਾਰੇ ਮਾੜਾ ਬੋਲਦਾ। ਤੁਸੀਂ ਇਹ ਗੱਲ ਕੀ ਨਾ, ਤੁਹਾਡਾ ਬੰਦਾ ਬਾਹਰ ਜਾ ਕੇ ਕੋਈ ਗੱਲ ਕਰ ਸਕਦਾ, ਉਹ ਬੰਦੇ ਦੀ ਗੱਲ ਕਰਦਾ ਮੈਂ। ਉਹ ਬੰਦੇ ਨੇ ਇਹ ਕਿਹਾ, ਕਹਿੰਦਾ ਮੈਂ ਕਿਸਾਨ ਅੰਦੋਲਨ 'ਚ ਹੀ ਬੈਠਾ। ਸੁਣੋ, ਆਪਾਂ ਸ਼ਾਇਦ ਮੁੱਦੇ ਤੋਂ ਥੋੜਾ ਭੜਕ ਰਹੇ ਆ। ਤੁਸੀਂ ਮੈਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸ਼ਹੀਦੀਆਂ ਪਾਉਣ ਲਈ ਤਿਆਰ ਹੋ। ਸ਼ਹੀਦੀਆਂ ਪਾਉਣ ਤੇ ਤੁਸੀਂ ਕਿਹਾ ਕਿ ਆਗੂ ਉਹਨਾਂ ਦੇ ਕਿਸੇ ਜਥੇਬੰਦੀ ਦੇ ਕਿਸੇ ਬੰਦੇ ਨੇ, ਕਿਸੇ ਕਿਸਾਨ ਜਥੇਬੰਦੀ ਦੇ ਇੱਕ ਬੰਦੇ ਨੇ ਤੁਹਾਨੂੰ ਫੋਨ ਕਰਕੇ ਇਹ ਗੱਲ ਕਹਿਤੀ, ਮੰਨ ਲਈ ਤੁਹਾਡੀ ਗੱਲ। ਕਿਸਾਨ ਜਿਹੜੀਆਂ ਤੁਸੀਂ ਸ਼ਹੀਦੀਆਂ ਦੀ ਗੱਲ ਕਰਦੇ ਹੋ, ਸ਼ਹੀਦੀਆਂ ਪਾ ਕੇ, ਇੰਨੀ ਗੱਲ ਹੀ ਮੈਂ ਪੁੱਛ ਰਿਹਾ ਤੁਹਾਨੂੰ ਕਿ ਸ਼ਹੀਦੀਆਂ ਪਾ ਕੇ ਜਿਹੜਾ ਬਿੱਲ ਨੇ ਉਹ ਵਾਪਸ ਹੋ ਜਾਣਗੇ, ਸੰਘਰਸ਼ ਜਿੱਤਿਆ ਜਾਊਗਾ? ਸਿੱਖ ਇਤਿਹਾਸ, ਆਪਾਂ ਸਿੱਖਾਂ ਦੇ ਘਰ ਪੈਦਾ ਹੋਏ ਹਾਂ। ਮੈਂ ਵੀਰਾਂ ਨੂੰ ਬੇਨਤੀ ਕਰਦੇ ਵਾਂ, ਕਈ ਵੀਰ ਇਹ ਸਮਝਦੇ ਨੇ ਬਾਬਾ ਜੀ ਦਸਤਾਰ ਬੰਨ੍ਹਦੇ ਹੁੰਦੇ ਸੀ, ਕਿਉਂ ਨੰਗਾ ਸਿਰ ਰੱਖਦੇ ਨੇ। ਕਈ ਕਮੈਂਟ ਉੱਠੇ, ਜਾਇਜ਼ ਗੱਲ ਆ ਉਹਨਾਂ ਦੀ। ਇੱਕ ਵੀਰ ਦਾ ਫੋਨ ਆਇਆ, ਭਾਈ ਬਲਦੇਵ ਸਿੰਘ ਬਡਾਲਾ ਜੀ, ਹਜ਼ੂਰੀ ਰਾਗੀ, ਉਹਨਾਂ ਦੇ ਨਾਲ ਦੇ ਬੰਦੇ ਦਾ ਫੋਨ, ਕਹਿੰਦਾ ਜੀ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ। ਪਹਿਲੀ ਗੱਲ ਤਾਂ ਸਿੱਖੋ ਹਿਰਦੇ ਮਜ਼ਬੂਤ ਰੱਖੋ, ਇੰਨੀ ਛੇਤੀ ਹਿਰਦੇ ਨਾਲ ਬਲੂੰਦਰੇ ਕਿਹਾ ਕਰੋ। ਦੂਸਰੀ ਗੱਲ, ਬੰਦੇ ਤੋਂ ਪੁੱਛ ਲਿਆ ਕਰੋ, ਤੁਹਾਡਾ ਹੱਥ ਫੜਾਓ। ਮੈਂ ਤੱਥ ਦੇ ਆਧਾਰ ਤੇ ਗੱਲ ਕਰਦਾ, ਮੇਰੇ ਸਿਰ ਦੇ ਵਿੱਚ ਕਈ ਦਰਜਨ ਟਾਂਕੇ ਲੱਗੇ ਨੇ, ਇੱਥੋਂ ਸ਼ੁਰੂ ਕਰ ਲਓ, ਠੀਕ ਹੈ ਜੀ। ਜਿਹਦੇ ਸਿਰ ਦੇ ਵਿੱਚ 70-80 ਟਾਂਕੇ ਲੱਗੇ ਹੋਣ, ਠੀਕ ਹੈ ਜੀ। ਪਹਿਲਾਂ ਮੈਂ ਦਸਤਾਰ ਬੰਨ੍ਹਦਾ ਰਿਹਾ, ਮੈਨੂੰ ਚੱਕਰ ਆ ਜਾਂਦੇ ਸੀ, ਮੈਂ ਡਿੱਗਦਾ ਰਹੀ। ਮੈਂ ਹੁਣ ਜਦੋਂ ਬਾਲ ਕੱਸ ਕੇ ਬੰਨ੍ਹ ਲੈਣਾ, ਅਮਰੀਕਾ ਤੋਂ ਡਾਕਟਰ ਆਇਆ ਸੀ, ਤੇ ਉਹਨੇ ਕਿਹਾ ਜੀ ਬਾਲ ਨਹਾ ਕੇ ਸਿਰ 'ਚ ਪਾਣੀ ਪਾ ਕੇ ਖੁੱਲ੍ਹੇ ਰੱਖਿਆ ਕਰੋ। ਮੇਰੀ ਮਜਬੂਰੀ ਹੈ। ਚਲੋ ਪੱਗ ਤਾਂ ਫਿਰ ਬਾਦਲ ਸਾਹਿਬ ਵੀ ਬੰਨ੍ਹਦੇ ਨੇ, ਅੰਮ੍ਰਿਤਧਾਰੀ ਵੀ ਨੇ, ਉਹਨਾਂ 'ਤੇ ਯਕੀਨ ਕਰ ਲਓ। ਜੇ ਮੇਰੇ 'ਤੇ ਮੈਂ ਸਿਰ ਨੰਗਾ ਰੱਖਿਆ, ਮੇਰੇ 'ਤੇ ਨਹੀਂ ਕਰਨਾ ਤਾਂ ਉਹਨਾਂ 'ਤੇ ਕਰ ਲਓ ਨਾ ਫਿਰ, ਠੀਕ ਹੈ ਜੀ। ਰਹੀ ਗੱਲ ਤੁਸੀਂ ਕਹੀ ਤੀ ਸ਼ਹੀਦੀਆਂ ਪਾਉਣ ਦੀ, ਸਿੱਖ ਇਤਿਹਾਸ ਦੇ ਵਿੱਚ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਕੋਈ ਧਰਨਾ ਨਹੀਂ ਲਾਇਆ। ਹੁਣ ਤੁਸੀਂ ਕਹੋਗੇ ਉਦੋਂ ਡਿਕਟੇਟਰਸ਼ਿਪ ਸੀ, ਠੀਕ ਹੈ ਜੀ। ਸਾਰੀ ਜ਼ਿੰਦਗੀ ਕੋਈ ਧਰਨਾ ਨਹੀਂ ਨਾ ਲਾਇਆ ਉਹਨਾਂ ਨੇ। ਉਹਨਾਂ ਨੇ ਜੰਗਾਂ ਲੜੀਆਂ, ਅਟੈਕ ਕਿਸੇ 'ਤੇ ਨਹੀਂ ਕੀਤਾ, ਡਿਫੈਂਸ 'ਤੇ ਲੜੀਆਂ। ਉਸ ਤੋਂ ਪਹਿਲਾਂ ਜਦੋਂ ਹਿੰਦੂ ਆਏ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਹਨਾਂ ਨੇ ਆਗੂ ਮੰਨਿਆ। ਸਮੇਂ ਦੀ ਮੋਦੀ ਸਰਕਾਰ ਕੋਲੇ ਉਹ ਜਾਂਦੇ ਨੇ, ਸਮਝ ਗਏ ਵੀ ਔਰੰਗਜ਼ੇਬ ਉਸ ਸਮੇਂ ਦੀ ਮੋਦੀ ਸਰਕਾਰ ਹੈ, ਇੱਦਾਂ ਹੀ ਸੀ ਨਾ। ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਤੂੰ ਮੈਨੂੰ ਮਨਾ ਲਾ, ਮੇਰੀ ਸਾਰੀ ਕੌਮ ਮੰਨ ਜੂਗੀ। ਸਮਝ ਗਏ ਨਾ, ਵੀ ਮੈਨੂੰ ਮਨਾ ਲਾ, ਮੇਰੀ ਸਾਰੀ ਕੌਮ ਮੰਨ ਜੂਗੀ। ਉਹਨੇ ਕਿਹਾ ਵੀ ਇੱਕ ਨੂੰ ਮਨਾਉਣਾ ਸਿਖਾ ਲਾ, ਇੰਨੀ ਕੌਮ ਨੂੰ ਮਨਾਉਣਾ ਔਖਾ। ਉਹਨਾਂ ਨੇ ਉਹਦਾ
ਸੀਸ ਲੱਥਤਾ ਜਦੋਂ ਉਹਨਾਂ ਦਾ ਰਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧਰਤੀ ਨੂੰ ਲੱਗ ਗਿਆ। ਉਦੋਂ ਗੁਰੂ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਦਾ ਜਨਮ ਲੈ ਲਿਆ। ਉਦੋਂ ਬਾਅਦ ਜੰਗਾਂ ਹੋਈਆਂ ਨਾ, ਸਿੱਖੀ 'ਚ ਅਲਖ ਜਾਗੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲੀਆ ਹਕੂਮਤ ਦੀ ਜੜ ਪੱਟ ਕੇ ਮਾਰੀ। ਬਾਬਾ ਬੰਦਾ ਇੱਕ ਹੁੰਦਾ ਸਮੇਂ ਦੀ ਪਹਿਚਾਣ ਕਰਨੀ। ਹੁਣ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬ ਹੁਣ ਨਾ ਸਾਡੇ ਖੇਤ। ਇਹ ਆਪਣੀ ਬਾਣੀ ਕਹਿੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਮੈਦਾਨ 'ਚ ਭੱਜ ਤਾਂ ਸਕਦੇ ਨਹੀਂ। ਉਹਨਾਂ ਨੇ ਸਮਾਂ ਵਿਚਾਰਿਆ ਵੀ ਇੱਥੇ ਸ਼ਹੀਦੀ ਪਾਉਣੀ ਜਾਇਜ਼ ਨਹੀਂ ਹੋਊਗੀ, ਸ਼ਹੀਦੀ ਪਾਉਣ ਲਈ ਹਜੇ ਸਮਾਂ। ਉਹ ਉੱਥੋਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਮਾਤ ਦੇ ਕੇ ਉੱਥੋਂ ਗਏ। ਉੱਥੋਂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਉਹਨੇ ਆ ਕੇ ਇੱਟ ਨਾਲ ਇੱਟ ਖੜਕਾ ਕੇ ਸਰਹੰਦ ਫਤਿਹ ਕੀਤੀ। ਬਾਬਾ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਤੇ ਆਪਾਂ ਨੂੰ ਜ਼ਮੀਨਾਂ ਵਾਲੇ ਬਣਾਇਆ। ਇੱਥੋਂ ਤੱਕ ਪਤਾ ਵੀ ਜ਼ਮੀਨਾਂ ਕਿਵੇਂ ਬਣੀਆਂ ਆਪਾਂ ਨੂੰ। ਠੀਕ ਹੈ ਜੀ, ਮੈਂ ਜ਼ਮੀਨਾਂ ਦਾ ਮੁੱਲ ਜਾਣਦਾ, ਪਰ ਜਿਨ੍ਹਾਂ ਨੇ ਜ਼ਮੀਨਾਂ ਆਪਾਂ ਨੂੰ ਲੈ ਕੇ ਦਿੱਤੀਆਂ ਉਹਨਾਂ ਦਾ ਇਤਿਹਾਸ ਪੜ੍ਹੋ ਵੀ ਉਹਨਾਂ ਨੇ ਕਿਵੇਂ ਜੰਗਾਂ ਜਿੱਤੀਆਂ ਨੇ। ਠੀਕ ਹੈ ਜੀ, ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ, ਖਾਲਸੇ ਨੇ ਜਨਮ ਲੈ ਲਿਆ, ਵਾਰੀਅਰ ਤਿਆਰ ਹੋ ਗਏ ਤਾਂ ਮੁਗਲੀਆ ਹਕੂਮਤ ਦੀ ਜੜ ਪੱਟੀ ਗਈ। ਉਦੋਂ ਪਹਿਲਾਂ ਦਾ ਸਮਾਂ ਲਾ ਲਓ। ਮੇਰੇ ਦਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ, ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਮੇਂ ਦੀ ਮੋਦੀ ਸਰਕਾਰ ਚੱਕ ਕੇ ਲੈ ਜਾਂਦੀ ਹੈ ਜਹਾਂਗੀਰ ਨੂੰ। ਉਹਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੂੰ ਤੱਤੀ ਤਵੀ 'ਤੇ ਬਿਠਾ ਦਿੰਦੇ ਨੇ। ਉਹਨਾਂ ਨੇ ਕੋਈ ਭੜਕਾਊ ਬਿਆਨ ਨਹੀਂ ਦਿੱਤਾ, ਕੁਛ ਨਹੀਂ ਕਿਹਾ। ਸ਼ਹੀਦ ਹੋਣ ਤੇ ਉਹਨਾਂ ਨੇ ਇਹ ਵੇਖਿਆ ਵੀ ਅਸੀਂ ਤਾਂ ਇੰਨੀ ਨਿਮਰਤਾ ਦਿਖਾ ਰਹੇ ਹਾਂ, ਇਹ ਬੰਦਿਆਂ ਦਾ ਜ਼ੁਲਮ ਮੇਰੇ ਤੇ ਤਰਸ ਕਰਨ ਦੀ ਬਜਾਏ ਜ਼ੁਲਮ ਵੱਧਦਾ ਹੀ ਜਾ ਰਿਹਾ। ਉਹ ਜਾਂਦੇ ਜਾਂਦੇ ਕਹਿ ਕੇ ਅੱਜ ਤੋਂ ਮੀਰੀ ਦੀ ਨਹੀਂ ਪੀਰੀ ਦੀ ਤਲਵਾਰ ਵੀ ਪਹਿਨਣੀ ਆ। ਤਾਂ ਬਾਬਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਬਣਾ ਕੇ ਦਿੱਲੀ ਦੇ ਤਖਤ ਦੇ ਸਾਹਮਣੇ ਅਕਾਲ ਤਖਤ ਬਣਾ ਦਿੱਤਾ। ਸਮੇਂ ਦੀ ਸਰਕਾਰ ਨੂੰ ਮਾਤ ਦੇ ਦਿੱਤੀ ਤੇ ਸਮੇਂ ਦੀ ਸਰਕਾਰ ਨੂੰ ਦੱਸ ਦਿੱਤਾ ਵੀ ਇਹ ਆਜ਼ਾਦ ਨੇ ਤੇ ਆਜ਼ਾਦ ਹੀ ਰਹਿਣਗੇ। ਇਹ ਇਤਿਹਾਸ ਆ ਆਪਣਾ। ਹੁਣ ਆਪਣੇ ਜਿਹੜੇ ਆਗੂ ਨੇ ਉਹ ਕਿਹੜੇ ਤਰੀਕੇ ਨਾਲ ਲੜ ਰਹੇ ਨੇ। ਉੱਥੇ ਹਜ਼ਾਰਾਂ ਕਰੋੜ ਰੁਪਏ ਦਾ ਤੁਸੀਂ ਡੀਜ਼ਲ ਫੂਕ ਗਿਆ 15 ਅਗਸਤ ਵਾਲੇ ਦਿਨ, ਹਜ਼ਾਰਾਂ ਕਰੋੜ ਦਾ ਡੀਜ਼ਲ ਫੂਕ ਗਿਆ। ਜੇ ਤਾਂ ਹਜ਼ਾਰਾਂ ਕਰੋੜ ਕੋਈ ਹਸਪਤਾਲ ਬਣਦਾ ਹੁੰਦਾ ਪੰਜਾਬ 'ਚ, ਮੈਂ ਤਾਂ ਫਿਰ ਵੀ ਨਾ ਕਹਿੰਦਾ, ਕਿਉਂਕਿ ਆਪਣੀ ਆਉਣ ਵਾਲੀ ਭਵਿੱਖ ਵਾਲੀ ਆਪਣੀ ਜਿਹੜੀ ਪਨੀਰੀ ਆਊਗੀ ਉਹਨੂੰ ਉਹਦਾ ਫਾਇਦਾ ਹੋਊਗਾ। ਤੁਸੀਂ ਹਜ਼ਾਰਾਂ ਕਰੋੜ ਦਾ ਡੀਜ਼ਲ ਹੀ ਫੂਕਤਾ, ਉਹਦਾ ਕੀ ਫਾਇਦਾ ਹੋਊ? ਤੁਸੀਂ ਲੋਕਾਂ ਦੇ ਭਲੇ ਦੀ ਗੱਲ ਕਰਦੇ ਹੋ, ਕਿਸਾਨਾਂ ਦੇ ਭਲੇ ਦੀ ਗੱਲ ਕਰਦੇ ਹੋ। ਗਿੱਦੜ ਸਿੰਘੀ ਮੈਂ ਤੁਹਾਨੂੰ ਪੁੱਛੀ ਸੀ ਕਿਹੜੀ ਹੈਗੀ, ਤੁਸੀਂ ਕਿਹਾ ਪਲਾਨ ਮੈਂ ਸਮਝਾ ਨਹੀਂ ਸਕਦਾ। ਜਿਹੜਾ ਬੰਦਾ ਸ਼ਰਾਬ ਪੀ ਕੇ ਮੈਨੂੰ ਰਾਤ ਨੂੰ ਪੈਗ ਲਾ ਕੇ ਫੋਨ ਕਰ ਲੈਂਦਾ, ਮੈਂ ਉਹਨੂੰ ਪਲਾਨ ਨਹੀਂ ਸਮਝਾ ਸਕਦਾ। ਫਿਰ ਪਲਾਨ ਹੈ ਕੀ ਹੈਗਾ? ਕਿਤੇ ਬਾਬਾ ਗੁਰਵਿੰਦਰ ਫੋਕੀ ਪਬਲਿਸਿਟੀ ਲਈ ਉਹ ਤਾਂ ਨਹੀਂ ਬਿਆਨ ਦੇਈ ਜਾਂਦਾ ਸਟੇਟਮੈਂਟ? ਕਿਸੇ ਮੋਦੀ ਸਰਕਾਰ ਨੇ ਤਾਂ ਨਹੀਂ ਸਟੇਟਮੈਂਟ ਦਵਾਤੀ ਬਾਬਾ ਗੁਰਵਿੰਦਰ? ਦੇਖੋ ਜੀ, ਰਾਤ ਦੇ ਵੈਸੇ ਤਾਂ ਅਸੀਂ ਕਮੈਂਟ ਪੜ੍ਹਦੇ ਨਹੀਂ, ਅਸੀਂ ਉਹ ਕਮੈਂਟ ਪੜ੍ਹਨ ਤੋਂ ਬਾਅਦ ਹੀ ਲੋਕਾਂ ਦਾ ਮਾਈਂਡ ਸੈੱਟ ਦੇਖ ਕੇ ਅਸੀਂ ਸਾਰੇ ਜਾਣਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਲਈ ਵੀ ਅੱਜ ਤੋਂ ਬਾਅਦ ਕਮੈਂਟ ਨਹੀਂ ਕਿਸੇ ਦੇ ਪੜ੍ਹਨੇ। ਉਹਦੇ ਵਿੱਚ ਬਹੁਤ ਦੁਨੀਆ ਨੇ ਚੰਗਾ ਲਿਖਿਆ, ਕਿਸੇ ਚੰਗਾ ਤਾਂ ਮੈਂ ਦੱਸਦਾ ਨਹੀਂ ਕਿਉਂਕਿ ਲੋਕ ਕਹਿਣਗੇ ਆਪਦੇ ਮੂੰਹੋਂ ਵਡਿਆਈ ਕਰਦਾ। ਬਹੁਤ ਚੰਗਾ ਵੀ ਬੜੇ ਬੜੇ ਯੋਧਿਆਂ ਦੇ ਨਾਲ ਮੈਨੂੰ ਮਿਲਾਇਆ। ਕਿਸੇ ਨੇ ਲਿਖਿਆ ਜੀ ਇਹ ਬੀਬੀ ਜਗੀਰ ਕੌਰ ਦਾ ਬੰਦਾ, ਕਿਸੇ ਨੇ ਲਿਖਿਆ ਜੀ ਨਵਜੋਤ ਸਿੰਘ ਸਿੱਧੂ ਦਾ ਬੰਦਾ, ਕਿਸੇ ਨੇ ਕਿਹਾ ਜੀ ਇਹ ਬੀਜੇਪੀ ਦਾ ਬੰਦਾ, ਕਿਸੇ ਨੇ ਕਿਹਾ ਜੀ ਇਹ ਸੈਂਟਰ ਦਾ ਬੰਦਾ, ਕਿਸੇ ਨੇ ਕਿਹਾ ਜੀ ਇਹ ISI ਦਾ ਬੰਦਾ, ਕਿਸੇ ਨੇ ਕਿਹਾ ਜੀ ਇਹ ਖਾਲਿਸਤਾਨ ਵਾਲੇ ਪੰਨੂ ਦਾ ਬੰਦਾ, ਕਿਸੇ ਨੇ ਕਿਹਾ ਜੀ ਇਹ RSS ਦਾ ਬੰਦਾ। ਇੰਨੇ ਸਰਟੀਫਿਕੇਟ ਮਿਲ ਗਏ ਸਾਨੂੰ। ਮਿਲ ਗਏ। ਤੁਸੀਂ ਸਾਂਭ ਕਿਹੜਾ ਲਿਆ ਫਿਰ ਸਰਟੀਫਿਕੇਟ? ਕੋਈ ਸਾਂਭਿਆ? ਸਾਰੀ ਸਾਂਭ ਲਏ। ਚਲੋ ਮੈਂ ਕਿਹਾ ਤੁਸੀਂ ਆਈ ਮੰਨ ਲਓ ਵੀ ਮੈਂ RSS ਦਾ ਇਹੀ ਵੱਡਾ ਸਰਟੀਫਿਕੇਟ ਆ ਨਾ ਸਿੱਖਾਂ ਲਈ, ਮੈਂ RSS ਦਾ ਤੇ ਸੈਂਟਰ ਦਾ ਬੰਦਾ ਮੰਨ ਲਓ। ਜਿੱਦੇ ਤੁਹਾਡਾ ਨੁਕਸਾਨ ਕਰਤਾ, ਮੇਰੀ ਜ਼ਮੀਨ ਦੇ ਕਾਗਜ਼, ਮੇਰਾ ਪਾਸਪੋਰਟ, ਮੇਰਾ ਸਾਰਾ ਕੁਛ ਮੈਂ ਤੁਹਾਨੂੰ ਫੜਾ ਕੇ ਧਰਨਾ ਨਹੀਂ ਚੱਕਣਾ। ਮੈਨੂੰ 15 ਦਿਨਾਂ ਲਈ ਟਾਈਮ ਦੇ ਦਿਓ ਮੋਦੀ ਨੂੰ ਕੋਲੇ ਜਾਣ ਦਾ। ਮੈਂ 16ਵੇਂ ਦਿਨ ਤੁਹਾਡੇ ਕੋਲੇ ਆਊਂਗਾ। ਜੇ ਤੁਹਾਨੂੰ ਲੱਗਿਆ ਵੀ ਸਾਡਾ ਨੁਕਸਾਨ ਕਰਤਾ, ਗੋਲੀ ਮਾਰ ਦੇ। ਬਾਬਾ ਗੁਰਵਿੰਦਰ, ਤੁਸੀਂ ਜਿਹੜੀ ਇੰਟਰਵਿਊ ਦਿੱਤੀ ਆ, ਤੁਸੀਂ ਇਹ ਕਿਹਾ ਵੀ ਜੇ 15 ਦਿਨਾਂ 'ਚ ਬਿੱਲ ਵਾਪਸ ਨਾ ਹੋਏ ਤਾਂ ਮੈਂ ਖੁਦ ਨੂੰ ਗੋਲੀ ਮਾਰ ਲੂੰਗਾ। ਇਹੀ ਗੱਲ ਕਹੀ ਆ ਨਾ ਤੁਸੀਂ? ਵੀ ਉਸੇ ਸਟੈਂਡ ਤੇ। ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਕਿਸਾਨ ਆਗੂਆਂ ਨੇ ਹੁਣ ਤੱਕ ਦੀਆਂ ਮੀਟਿੰਗਾਂ ਕੀਤੀਆਂ ਨੇ ਕੇਂਦਰ ਸਰਕਾਰ ਨਾਲ, ਉਹਨਾਂ 'ਚ ਕੋਈ ਸਿੱਟਾ ਨਿਕਲਿਆ ਨਹੀਂ ਕਿ ਕਿਸਾਨ ਆਗੂਆਂ ਕੋਲੇ ਗੱਲ ਕਰਨ ਲਈ, ਕੋਈ ਤੱਥ ਰੱਖਣ ਲਈ ਉਹਨਾਂ ਕੋਲੇ ਕੋਈ ਗੱਲ ਹੈ ਨਹੀਂ? ਉਮਰ ਜ਼ਿਆਦਾ ਹੋ ਗਈ। ਹੁਣ ਕੁਛ ਚੀਜ਼ਾਂ ਹੋਸ਼ 'ਚ ਕੰਮ ਲੈਣੀਆਂ ਪੈਂਦੀਆਂ ਨੇ, ਜੋਸ਼ 'ਚ। ਤਰਨਾ ਦਲ ਤੇ ਬੁੱਢਾ ਦਲ ਨੂੰ ਪੜ੍ਹਿਓ। ਬੁੱਢਾ ਦਲ ਦੇ ਵਿੱਚ ਬਜ਼ੁਰਗ ਹੋ ਗਏ, ਉਹ ਤਜਰਬਾ ਤਾਂ ਉਮਰ ਨਾਲ ਹੀ ਆਉਂਦਾ ਨਾ। ਉਹੀ ਦੱਸਦਾ ਨਾ ਗੱਲ। ਤਰਨਾ ਦਲ ਤੇ ਬੁੱਢਾ ਦਲ ਬਣੇ ਨੇ। ਬੁੱਢਾ ਦਲ ਦੇ ਵਿੱਚ ਉਹ ਬੰਦੇ ਲੈ ਲਏ ਜਿਹੜੇ ਉਮਰ ਦੇ ਵਿੱਚ ਰਾਜੇਵਾਲ ਸਾਹਿਬ ਵਰਗੇ ਸਿਆਣੇ ਸੀ, ਜਿਨ੍ਹਾਂ ਨੂੰ ਗਿਆਨ ਸੀ। ਠੀਕ ਆ, ਕੁਛ ਕਰਨ ਲਈ ਤਰਨਾ ਦਲ ਬਣਾਤਾ ਜਿਨ੍ਹਾਂ ਵਿੱਚ ਨੌਜਵਾਨ ਸੀ। ਜਿਹੜਾ ਬੁੱਢਾ ਦਲ ਸੀ ਉਹ ਐਕਸ਼ਨ ਕਰਨ ਲਈ ਤਰਨਾ ਦਲ ਨੂੰ ਕਹਿੰਦਾ ਸੀ, ਉਹ ਕਰਦੇ ਸੀ। ਸਾਡੇ ਬੁੱਢਾ ਦਲ ਵਾਲੇ ਜਿਹੜੇ ਬਜ਼ੁਰਗ ਨੇ ਸਾਡੇ, ਉਹ ਗਿਆਨ ਦਾ ਭੰਡਾਰ ਨੇ।
ਪਰ ਉਹਨਾਂ 'ਚੋਂ ਜੁਰਤ ਨਹੀਂ ਹੈ ਵੀ ਉਹ ਮੋਦੀ ਸਰਕਾਰ ਦੇ ਖਿਲਾਫ ਕੀ ਐਕਸ਼ਨ ਭਾਲਦੇ ਹੋ ਤੁਸੀਂ, ਕੀ ਐਕਸ਼ਨ ਭਾਲ? ਉਹ ਮੇਰੇ ਵਾਂਗ ਗਾਰੰਟੀ ਦੇ ਦੇਣ ਵੀ ਮੈਂ 15 ਦਿਨ ਮੰਗੇ ਨੇ, ਉਹ ਮਹੀਨਾ ਕਹਿ ਦੇਣ। ਕੋਈ ਵੀ ਆਗੂ ਮੇਰਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ। ਤੁਹਾਨੂੰ ਇੱਕ ਗੱਲ ਦਾ ਪਤਾ ਨਾ, ਤੁਹਾਨੂੰ ਗੱਲ ਹੋਣ ਦਿਓ, ਉਹ 1 ਮਹੀਨਾ ਇਹ ਕਹਿ ਦੇਣ ਵੀ 1 ਮਹੀਨੇ ਦੇ ਵਿੱਚ ਜੇ ਕਾਨੂੰਨੀ ਬਿੱਲ ਵਾਪਸ ਨਹੀਂ ਆਉਣ ਤਾਂ ਮੈਂ ਸ਼ਹੀਦੀ ਪਾਉਂਗਾ, ਜੇ ਬਿਆਨ ਦੇ ਜਾਣ ਤਾਂ ਮੈਨੂੰ ਫੜ ਲਓ। ਤੁਹਾਨੂੰ ਇੱਕ ਗੱਲ ਦਾ ਪਤਾ, ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਉਹ ਸੰਭਵ ਨਹੀਂ ਹੈਗੀ। ਇੱਕ ਫੋਕੀ ਸਟੇਟਮੈਂਟ ਜਿਹੜੀ ਤੁਸੀਂ ਕਹਿੰਦੇ ਫੋਕੀ ਸੌਰਤ, ਫੋਕੀ ਉਹ ਵੀਰ ਜੀ, ਮੈਂ ਅਨਪੜ੍ਹ ਬੰਦਾ ਨਹੀਂ, ਮੈਨੂੰ ਬੜੀ ਦੁਨੀਆ ਜਾਣਦੀ ਸੀ। ਆਸ਼ਰਮ ਲਈ ਬੜੀ ਵਧੀਆ ਰੋਟੀ ਮਿਲਦੀ ਸੀ। ਬੜਾ ਵਧੀਆ ਚੱਲਦਾ ਤੁਹਾਡਾ ਕਾਰੋਬਾਰ, ਬੜਾ ਵਧੀਆ ਚੱਲਦਾ, ਹੋ ਸਕਦਾ ਕਰੋੜਾਂ ਅਰਬਾਂ 'ਚ ਹੋਵੇ ਤੁਹਾਡਾ। ਜੋ ਹੋਵੇ ਕਰੋੜਾਂ। ਮੈਂ ਇੱਥੇ ਚਾਹਾਂ ਲੋਕਾਂ ਦੇ ਥੌਲੇ ਕਰ ਵੀ ਤੜਕੇ ਦੇ ਮੈਂ ਤੁਹਾਨੂੰ ਅਰਦਾਸਾਂ ਦੇ ਇੱਥੇ ਥੌਲੇ ਕਰ ਵੀ ਮੈਂ ਦਿਨ ਦਾ 5-7 ਲੱਖ ਬਣਾ ਸਕਦਾ। ਸਮਝ ਗਏ ਜੀ? ਆਡੀ ਗੱਡੀ ਸੀ ਮੇਰੇ ਕੋਲੇ, ਜਦੇ ਵੀਡੀਓ ਪਾਈ ਉਹਦੀ ਸਲਾਹ ਕਰ ਲਈ ਸੀ ਵੇਚ ਦਿਓ। ਘੋੜੀਆਂ ਸੀ ਬਾਬੇ, ਲੋਕ ਕਹਿੰਦੇ ਬਾਬਿਆਂ ਕੋਲ ਘੋੜੀਆਂ ਨੇ ਤਕੜੀਆਂ, ਮਹਿੰਗੀਆਂ 30-30 40-40 ਲੱਖ ਦੀਆਂ। ਚਲੋ ਅੱਜ ਖਰੀਦੋ ਘੋੜੀਆਂ ਵੀ ਵੇਚਣਾ ਸੰਘਰਸ਼ ਲਈ। ਆਪਣੀ ਸਾਰੀ ਜ਼ਮੀਨ ਜਿਹੜੀ ਮੇਰੀ ਇੱਕ ਗੱਲ ਸੁਣ, ਮੇਰੀ ਵੀ ਨਾ ਇੱਕ ਗੱਲ ਸੁਣ ਲਿਓ ਤੁਸੀਂ, ਜਿਹੜੀ ਤੁਸੀਂ ਕਹਿ ਰਹੇ ਹੋ ਵੀ ਫੋਕੀ ਸ਼ੋਹਰਤ ਲਈ ਨਹੀਂ ਮੈਂ ਕੀਤਾ ਇਹ ਕੰਮ, ਠੀਕ ਆ, ਮੈਂ ਤੁਹਾਡੀ ਪੂਰੀ ਗੱਲ ਸੁਣਦਾ, ਪਰ ਤੁਸੀਂ ਇੱਕ ਗੱਲ ਮੇਰੀ ਵੀ ਸੁਣ ਲਓ। ਜਿਹੜੀ ਸਟੇਟਮੈਂਟ ਤੁਸੀਂ ਦਿੱਤੀ ਹੈ ਕਿ 15 ਦਿਨ ਲਈ ਮੈਨੂੰ ਇਹ ਦੇ ਦੇਣ, 32 ਜਥੇਬੰਦੀਆਂ ਨੇ, ਤੁਹਾਨੂੰ ਪਤਾ ਹੈ ਕਿ 32 ਜਥੇਬੰਦੀਆਂ ਦਾ ਏਕਾ ਨਹੀਂ ਹੋਣਾ, ਤੁਹਾਨੂੰ 15 ਦਿਨ ਲਈ ਹਾਈ ਕਮਾਂਡ ਇਹ ਸੰਭਾਈ ਨਹੀਂ ਜਾਣੀ। ਫਿਰ ਇਹਨੂੰ ਮੰਨ ਹੀ ਲਿਆ ਜਾਵੇ ਨਾ ਵੀ ਬਿਨਾਂ ਕਿਸੇ ਸੋਚੇ ਸਮਝੇ ਸਟੇਟਮੈਂਟ ਆ ਜਾਂ ਫਿਰ ਠੀਕ ਹੈ, ਤੁਸੀਂ ਸਮਝ ਕੇ ਸਟੇਟਮੈਂਟ ਦਿੱਤੀ ਹੈ, ਪਰ ਤੁਹਾਨੂੰ ਪਤਾ, ਤੁਹਾਨੂੰ ਰੋਟੀ ਖਾਂਦਿਆਂ ਨੂੰ ਤੁਹਾਨੂੰ ਠੀਕ ਲੱਗਦਾ, ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਮੈਨੂੰ ਪਿਸ਼ਾਬ ਨਹੀਂ ਕਰਨ ਹਾਂ, ਪੁਲਿਸ ਤੁਹਾਨੂੰ ਪਿਸ਼ਾਬ ਨਹੀਂ ਕਰਨ ਦੇ ਰਹੀ। ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਨਹੀਂ ਬਿੱਲ ਵਾਪਸ ਲੈਣੇ, ਬਿੱਲ ਵਾਪਸ ਮੋਦੀ ਸਰਕਾਰ ਨੇ ਲੈਣੇ ਨੇ। ਪੱਤਰਕਾਰ ਹੋ, ਆਪਦੀ ਛਾਤੀ ਤੇ ਹੱਥ ਰੱਖ ਕੇ ਗੁਰੂ ਕਿਹਨੂੰ ਆਪਦਾ ਮੈਂ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਉੱਚਾ ਮੰਨਦਾ, ਤੁਸੀਂ ਕਿਹਨੂੰ ਮੰਨਦੇ ਹੋ? ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਿਰ ਤੇ ਚੱਕ ਕੇ ਮੰਨੋ ਵੀ ਤੁਹਾਨੂੰ ਲੱਗ ਰਿਹਾ ਵੀ ਇਸ ਸਮੇਂ ਅਸੀਂ ਜੰਗ ਜਿੱਤ ਰਹੇ ਹਾਂ, ਜਾਂ ਵੀ ਮਤਲਬ ਗ੍ਰੇਡ ਹੁੰਦਾ ਵੀ ਚੜ੍ਹਦੀ ਕਰਮ ਨੂੰ ਜਾ ਰਹੇ ਹਾਂ, ਜਾਂ ਜੰਗ ਹਾਰਨ ਵਾਲੇ ਵੱਲ ਨੂੰ ਜਾ ਰਹੇ ਹਾਂ। ਹਾਰਨ ਵੱਲ ਨੂੰ ਜੇ ਅਸੀਂ ਜਾ ਰਹੇ ਹਾਂ, ਪਰ ਤੁਹਾਨੂੰ ਇਹ ਵੀ ਗੱਲ ਦਾ ਪਤਾ ਨਾ, ਤੁਹਾਨੂੰ ਇਹ ਵੀ ਗੱਲ ਦਾ ਪਤਾ ਹੈ ਕਿ ਜਿਹੜੀ ਆਗੂਆਂ ਨੇ ਸਹਿਮਤੀ ਨਹੀਂ ਜਤਾਉਣੀ ਤੇ ਤੁਹਾਨੂੰ 15 ਦਿਨ ਲਈ ਤੁਹਾਨੂੰ ਕਮਾਂਡ ਨਹੀਂ ਤੁਸੀਂ ਸੁਣ ਤਾਂ ਲਓ, ਗੁਰੂ ਗ੍ਰੰਥ ਸਾਹਿਬ ਤੁਹਾਡੇ ਸਿਰ ਤੇ ਆ, ਸਹੁੰ ਖਾ ਕੇ ਦੱਸੋ ਤੁਹਾਡਾ ਦਿਲ ਕਹਿੰਦਾ ਵੀ 32 ਦੇ 32 ਜਥੇਬੰਦੀਆਂ ਦੇ ਪ੍ਰਧਾਨ ਇਮਾਨਦਾਰ ਹੋਣਗੇ? ਹੋ ਸਕਦਾ ਕੋਈ ਬੇਈਮਾਨ ਹੋਵੇ, ਹੋ ਸਕਦਾ ਕੋਈ ਬੇਈਮਾਨ ਆ, ਪਰ ਉਹ ਜਿੰਨਾ ਚਿਰ ਜੇ ਤੁਸੀਂ ਕਹਿਤਾ, ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਕਿ 32 ਜਥੇਬੰਦੀਆਂ ਚੋਂ ਕੋਈ ਪ੍ਰਧਾਨ ਆ ਜਿਹੜਾ 32 ਜਥੇਬੰਦੀਆਂ ਦਾ ਇੱਕ ਅੱਧਾ ਪ੍ਰਧਾਨ ਆ ਜਿਹੜਾ ਬੇਈਮਾਨ ਆ, ਫਿਰ ਉਹ ਬੇਈਮਾਨ ਪ੍ਰਧਾਨ ਆ ਜਿਹੜਾ ਉਹ ਕਿਵੇਂ ਏਕਾ ਹੋ ਜਾਊਗਾ? ਕਿਵੇਂ ਤੁਹਾਨੂੰ ਜਿਹੜਾ 15 ਦਿਨ ਲਈ ਤੁਹਾਨੂੰ ਕਮਾਂਡ ਮੈਂ ਸੋਲੂਸ਼ਨ ਦਿੱਤਾ ਤੁਹਾਨੂੰ, ਇਹ ਮੇਰੇ ਪਲਾਨ ਦਾ ਹਿੱਸਾ। ਜੇ ਸੰਯੁਕਤ ਕਿਸਾਨ ਮੋਰਚੇ ਜਥੇਬੰਦੀ ਮੈਨੂੰ ਪ੍ਰੈਜ਼ੀਡੈਂਟ ਲਾ ਰਹੀ ਆ, ਉਗਰਾਹਾਂ ਸਾਹਿਬ ਤਿਆਰ ਨੇ, ਜੇ ਕੋਈ ਬਗਾਵਤ ਵੀ ਕਰੂਗਾ ਵੱਖਰੀ ਉਹ ਵੀ ਤਿਆਰ ਨੇ। ਹਾਂ, ਸਾਹਿਬ ਨੇ ਤਾਂ ਆਪਣੀ ਅਲੱਗ ਸਟੇਜ ਲਗਾ ਰੱਖੀ ਹੈ ਸੰਯੁਕਤ ਮੋਰਚੇ ਨੂੰ, ਉਹਨਾਂ ਨੇ ਬੀਬੀ ਗੁਲਾਬ ਕੌਰ ਸਟੇਜ ਲਗਾ ਰੱਖੀ ਹੈ ਅਲੱਗ। ਰੌਲਾ ਆਪਣੀ ਕੌਮ ਦਾ ਇਹੀ ਤਾਂ ਰੌਲਾ। ਇਹ ਜੇ ਇਕੱਠੇ ਹੋ ਜਾਂਦੇ ਤਾਂ ਮੈਂ ਬਿਆਨ ਕਿਉਂ ਦਿੰਦਾ? ਫਿਰ ਬਾਰੇ ਵੀ ਮਾੜਾ ਜਿਹਾ ਸਮਝਾ ਦਿਓ, ਉਹਨਾਂ ਨੇ ਅਲੱਗ ਕਿਉਂ ਲਾ ਰੱਖੀ ਹੈ? ਦੇਖੋ, ਇਹਨਾਂ ਦੇ ਨਿੱਜੀ ਮਸਲੇ ਨੇ, ਮੈਨੂੰ ਹੱਕ ਨਹੀਂ ਉਹਨਾਂ ਬਾਰੇ ਬੋਲਣ ਦਾ। ਦਿਸ ਇਜ਼ ਅ ਰੋਬਨ ਹੈਡ, ਬਹੁਤ ਮਤਲਬ ਕਿ ਰਾਊਡੀ ਜਿਹਨੂੰ ਕਹਿ ਦਈਏ, ਮੇਰੇ ਆਈਡੀਅਲ। ਮੈਂ ਮਿਲਿਆ ਨਹੀਂ ਜ਼ਿੰਦਗੀ 'ਚ ਉਹਨਾਂ ਨੂੰ, ਕਿਤੇ ਉਹਨਾਂ ਦਾ ਬੰਦਾ ਕਹਿ ਦੋ ਮੈਨੂੰ। ਹੁਣ ਉਹਨਾਂ ਦੀ ਸੋਚ ਨੂੰ ਪੜ੍ਹਿਆ ਮੈਨੇ ਵੀ ਉਹ ਕੌਣ ਨੇ, ਦਾ ਗ੍ਰੇਟ ਮੈਨ ਰਾਜੇਵਾਲ ਸਾਹਿਬ, ਪਰ ਮੈਂ ਉਹਨਾਂ ਦੀ ਕੋਈ ਜਥੇਬੰਦੀ ਦਾ ਬੰਦਾ ਨਹੀਂ। ਗੁਰੂ ਗ੍ਰੰਥ ਸਾਹਿਬ ਸਿਰ ਤੇ ਚੱਕ ਕੇ ਕਹਿ ਸਕਦਾ ਮੈਂ ਕਦੇ ਮਿਲਿਆ ਨਹੀਂ, ਠੀਕ ਹੈ ਜੀ। ਕੱਲ੍ਹ ਨੂੰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਸਕਦਾ, ਮੈਂ ਕਿਉਂ ਮਿਲੂੰਗਾ ਵੀ ਉਹ ਪੰਜਾਬ ਦੇ ਸੀਐਮ ਨੇ, ਉਹਦੇ ਨਾਲ ਕੋਈ ਇਹ ਨਾ ਸਮਝੇ ਮੈਂ ਕਾਂਗਰਸੀ ਹਾਂ। ਜੇ ਬਾਦਲ ਸਾਹਿਬ ਹੁੰਦੇ ਮੈਂ ਉਹਨਾਂ ਨੂੰ ਮਿਲਦਾ, ਜੇ ਕੋਈ ਹੱਲ ਹੁੰਦਾ ਹੋਵੇ। ਇਹ ਆਪਾਂ ਸਰਟੀਫਿਕੇਟ ਵੰਡਣੇ ਛੱਡ ਦੋ ਵੀ ਜਿਹਦੇ ਨਾਲ ਫੋਟੋ ਆ ਗਈ ਉਹ ਉਹਦਾ ਹੀ ਬੰਦਾ। ਅਸੀਂ ਨਹੀਂ ਨਾ ਸਰਟੀਫਿਕੇਟ ਬਣ ਰਿਹਾ, ਸਰਟੀਫਿਕੇਟ ਤਾਂ ਲੋਕ ਬਣ ਰਹੇ ਆ, ਕਿਉਂਕਿ ਤੁਸੀਂ ਸਟੇਟਮੈਂਟ ਹੀ ਇਦਾਂ ਦੀ ਦਿੱਤੀ ਆ। ਗੱਲ ਸੁਣੋ, ਮੈਨੂੰ ਪਤਾ ਮੈਨੂੰ ਕਿੰਨੇ ਪਿਆਰ ਕਰਨ ਵਾਲੇ ਤੇ ਕਿੰਨੇ ਹੋਣੇ। ਇਹ ਦੁਨੀਆ ਦੀ ਤੁਹਾਨੂੰ ਦੱਸਿਆ ਨਾ ਵੀ ਜਦੋਂ ਆਪਾਂ ਬੱਚਾ ਪਾਲਿਆ ਜਾਂਦਾ, ਜਿਹੜੀ ਉਹਦੇ ਵਿੱਚ ਸੰਸਕਾਰ ਢਾਲੇ ਜਾਂਦੇ ਨੇ, ਉਹਦੀ ਜਵਾਨ ਰਾਹੀਂ ਉਹੀ ਬਾਹਰ ਆਉਂਦਾ ਹੁੰਦਾ। ਸਾਡੇ ਘਰੇ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਰਹੀਆਂ ਨੇ, ਸਾਡੇ ਉਹੀ ਬਾਹਰ ਆ ਰਿਹਾ। ਜਿੰਨਾ ਸ਼ਹੀਦ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜੇ ਉਹਨਾਂ ਸ਼ਹੀਦ ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ ਸੰਘਰਸ਼ ਦੇ ਵਿੱਚ, ਤੁਹਾਨੂੰ ਪਤਾ ਹੈ ਸਾਡੇ ਸੰਘਰਸ਼ ਨੂੰ ਕਿੱਦਾਂ ਦਾ ਰੁੱਖ ਜਿਹੜਾ ਦੇ ਦਿੰਦੀ ਹੈ ਸਰਕਾਰ, ਕਿੱਧਰ ਨੂੰ ਲੈ ਜਾਂਦੀ ਹੈ ਇਸ ਸੰਘਰਸ਼ ਨੂੰ। ਸਾਡੇ ਤੁਸੀਂ ਚੰਗੀ ਤਰ੍ਹਾਂ ਮੈਨੂੰ ਜਾਣਦੇ ਨਹੀਂ, ਮੇਰੀ 10 ਸਾਲਾਂ ਦੀ ਸਟੱਡੀ ਹੈ 84 ਦੇ ਉੱਪਰ। ਮੈਂ ਇੱਕ 100 ਕਰੋੜ ਤੋਂ ਉੱਪਰ ਦੀ ਫਿਲਮ ਬਣਾ ਰਿਹਾ ਸੀ, ਜਿਹਦੇ ਵਿੱਚ ਮੈਂ ਇੱਕ ਤੁਹਾਨੂੰ ਹੋਰ ਵੀ ਦੱਸਦਾ, ਮੈਨੂੰ ਇੱਕ ਫਿਲਮ ਦੇ ਵਿੱਚ ਬਹੁਤ ਵੱਡਾ ਰੋਲ ਵੀ ਮਿਲਿਆ ਸੀ, ਜਿਹੜਾ ਕਿ ਇੱਕ ਤਿਹਾੜ ਜੇਲ੍ਹ 'ਚੋਂ ਮੈਨੂੰ ਕੋਈ ਫਰੌਤੀ ਦੀ ਮੰਗ ਆ ਗਈ ਸੀ, ਉਸ ਕਰਕੇ ਪੁਲਿਸ ਐਕਟਿਵ ਹੋ ਗਈ। ਇਹ ਪਹਿਲਾਂ ਦੀ ਗੱਲ ਆ,
ਅੱਜ ਦਾ ਰੌਲਾ ਨਹੀਂ, ਪਹਿਲਾਂ ਦੀ ਗੱਲ ਆ। ਉਹ ਵਿੱਚ ਰਹਿ ਗਈਆਂ ਗੱਲਾਂ। ਮੇਰੀ ਜਰਨਲ ਸੁਵੇਗ ਸਿੰਘ ਨੇ ਜਦੋਂ ਦਾੜੀ ਕੇਸ ਮਨਾ ਕੇ ਸਿੱਖੀ ਕੁਰਬਾਨ ਕਰਕੇ 92,000 ਪਾਕਿਸਤਾਨੀਆਂ ਦੇ ਹਥਿਆਰ ਸਟਿਆਏ, ਬੰਗਲਾਦੇਸ਼ ਆਜ਼ਾਦ ਕਰਕੇ ਦਿੱਤਾ, ਇੰਦਰਾ ਗਾਂਧੀ ਨੇ ਉਹਨਾਂ ਨੂੰ ਸ਼ਾਬਾਸ਼ੇ ਦਿੱਤੀ, ਬਾਅਦ 'ਚ ਉਹਨਾਂ ਨੂੰ ਪਰਸਨਲ ਕੰਮਾਂ ਲਈ ਯੂਜ਼ ਕਰਨਾ ਚਾਹਿਆ, ਉਹ ਬੱਬਰ ਸ਼ੇਰ ਨੇ ਜਵਾਬ ਦੇ ਦਿੱਤਾ, ਤਾਂ ਉਹਨੂੰ ਆਰਮੀ ਦਾ ਚੀਫ ਬਣਾਉਣ ਦੀ ਬਜਾਏ ਉਹਦਾ ਕੋਰਟ ਮਾਰਸ਼ਲ ਕਰ ਦਿੱਤਾ। ਸਾਰਾ ਗਿਆਨ ਆ ਬਾਈ ਜੀ, ਪੜ੍ਹੇ ਹੋਏ ਆ, ਹਿਸਟਰੀ ਵੀ ਪੜ੍ਹੀ ਆ। ਮੈਂ ਤਾਂ ਕਹਿੰਦਾ ਵੀਡੀਓ ਲੰਬੀ ਚਲੀ ਜਾਣੀ ਆ, ਉਹ ਗੱਲਾਂ ਤੇ ਨਾ ਪਾਈਏ। ਉਹ 84 ਦੇ ਵਿੱਚ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਸੀ, ਉਹ ਵੀ ਇੰਨੀ ਗੱਲ ਦੱਸ ਦੇਣਾ। ਠੀਕ ਹੈ, ਆਪਾਂ 84 ਨਹੀਂ, ਆਪਾਂ ਛੱਡ ਦਿੰਦੇ ਆ, ਕਿਉਂਕਿ ਜੇ ਤੁਸੀਂ ਕਿਹਾ ਨਾ ਵੀ ਸੰਤਾਂ ਦੀਆਂ ਫੋਟੋਆਂ ਲੱਗੀਆਂ ਨੇ, ਸੰਤਾਂ ਦੀਆਂ ਫੋਟੋਆਂ ਲਗਾ ਸੀ, ਸ਼ਹੀਦਾਂ ਦੀਆਂ ਫੋਟੋਆਂ, ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ, ਠੀਕ ਹੈ, ਆਪਾਂ ਇਹਨਾਂ ਚੀਜ਼ਾਂ ਨੂੰ ਛੱਡ ਦਈਏ। ਜੇਕਰ ਸਿੰਘ ਦੀ ਵੀ ਲੱਗੀ ਹੋਈ ਆ, ਹਾਂ, ਭਗਤ ਸਿੰਘ ਦੀ ਵੀ ਲੱਗੀ ਹੋ ਸਕਦੀ ਆ, ਊਧਮ ਸਿੰਘ ਦੀ ਵੀ ਹੋ ਸਕਦੀ ਆ, ਰਾਜਗੁਰੂ ਦੀ ਵੀ ਹੋ ਸਕਦੀ ਆ, ਤੂਫਾਨ ਦੀ ਵੀ ਲੱਗੀ ਆ, ਸੰਤ ਜਰਨੈਲ ਸਿੰਘ ਦੀ ਵੀ ਲੱਗੀ ਆ, ਭਗਤ ਸਿੰਘ ਦੀ ਨਾਲ ਲੱਗੀ ਆ, ਇੱਧਰ ਸੰਤ ਜਰਨੈਲ ਸਿੰਘ ਦੀ ਲੱਗੀ ਆ, ਇੱਧਰ ਕਰਤਾਰ। ਪਰ ਜਿਹੜੀ ਤੁਸੀਂ ਊਧਮ ਸਿੰਘ ਦੀ ਗੱਲ ਕਰਦੇ ਹੋ, ਭਗਤ ਸਿੰਘ ਦੀ ਗੱਲ ਕਰਦੇ ਹੋ, ਇਹਨੂੰ ਤਾਂ ਅੱਜ ਤੱਕ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਸਰਕਾਰ। ਫਿਰ ਸਮੇਂ ਦੀਆਂ ਸਰਕਾਰਾਂ ਦਿੰਦੀਆਂ। ਸੰਤ ਜਰਨੈਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਸਮੇਂ ਸਰਕਾਰ ਨੇ। ਪੰਜਾਬ ਦਿੱਤਾ ਨਾ, ਸਾਡੀ ਕੌਮ ਨੇ। ਉਹੀ ਤਾਂ ਮੇਰੇ ਤਾਂ ਹੀਰੋ ਨੇ। ਮੈਂ ਤਾਂ ਪੰਜਾਬ ਦੇ ਲੋਕੋ ਦੇਖੋ, ਜਿਹੜੀ ਸਰਕਾਰ ਨੇ ਆਪਣੇ ਹਰਮੰਦਰ ਸਾਹਿਬ ਢਾਹ ਦਿੱਤੇ, ਸੰਤ ਜਰਨੈਲ ਸਿੰਘ ਨੂੰ ਫੜਨਾ ਸੀ, ਤੁਸੀਂ ਹਰਮੰਦਰ ਸਾਹਿਬ ਤੇ ਹਮਲਾ ਅਕਾਲ ਤਖਤ ਤੇ ਕਰ ਦਿੰਦੇ, ਬਾਕੀ 70 ਗੁਰਦੁਆਰੇ ਕਿਉਂ ਢਾਹੇ ਬਈ? ਦੁਖਨਿਵਾਰ ਸਾਹਿਬ ਇੰਨੇ ਸਿੰਘ ਮਾਰਤੇ ਕਿਉਂ ਮਾਰੇ ਬਈ? ਸਿੱਖਾਂ ਨੂੰ ਸਬਕ ਸਿਖਾਉਣ ਲਈ। ਕਿਉਂ? ਕਿਉਂਕਿ ਇਹ ਕਾਮਲੇ ਏਕਾ ਨਹੀਂ ਕਰਦੇ ਬਾਈ। ਜੇ ਇਹਨਾਂ 'ਚ ਏਕਾ ਹੋ ਜੇ ਨਾ, ਤਾਂ ਇਹ ਗੱਲ ਹੁਣ ਜਿਵੇਂ ਉਹ ਬਿਆਨ ਭੜਕਾਊ ਹੋ ਜੂ, ਬਸ ਰਹਿਣ ਦੇ ਹੋ ਜੂ, ਫਿਰ ਗੱਲ ਉਲਟ ਹੋ ਜਾਣੀ ਆ। ਤੁਹਾਡੇ ਕਾ ਕਰ ਦੇਣ। ਤਾਲੀਬਾਨ ਵਰਗਿਆਂ ਦਾ ਬਿਆਨ ਆਇਆ, ਕਹਿੰਦੇ ਪੰਜਾਬ 2 ਘੰਟਿਆਂ ਲਈ ਪਰੇ ਹੋ ਜੇ, ਦਿੱਲੀ ਤੇ ਅਸੀਂ ਰਾਜ ਕਰਾਂਗੇ। ਪਰ ਅਸੀਂ ਕਿਉਂ ਪਰੇ ਹੋਈਏ ਬਈ? ਤਾਲੀਬਾਨ ਨੂੰ ਕਹਿੰਦੇ ਆ ਅਸੀਂ ਕਿਉਂ ਪਰੇ ਹੋਈਏ? ਸਾਡਾ ਦੇਸ਼ ਹੈ ਭਾਰਤ, ਸਾਡਾ ਦੇਸ਼ ਆ, ਇੱਥੇ ਅਸੀਂ ਜੰਮੇ ਆ, ਅਸੀਂ ਕਿਉਂ ਪਰੇ ਹੋਈਏ? ਅਸੀਂ ਹਿੰਦੂ ਸਰਕਾਰ ਦੇ ਜਿਹੜੇ ਆ ਫਿਰਦੀਆਂ ਨੇ ਸ਼ਿਵ ਸੈਨਾ, ਕਿ ਪੰਜਾਬ ਤੋਂ ਹੀ ਡਰਦਾ, ਪੰਜਾਬ ਤੋਂ ਡਰਦਾ ਹੈ, ਤੇ ਅਸੀਂ ਤਾਲੀਬਾਨ ਦੇ ਵਿਰੁੱਧ ਹੈ। ਮਤਲਬ ਜੇ ਉਹ ਇੰਡੀਆ ਤੇ ਹਮਲਾ ਕਰਦਾ, ਅਸੀਂ ਵਿਰੁੱਧ ਹਾਂ ਉਹਦੇ। ਸਿੱਖ ਹਮੇਸ਼ਾ ਵਫਾਦਾਰ ਰਿਹਾ ਭਾਰਤ ਦਾ ਤੇ ਰਹੂ। ਆਪਾਂ ਗਲਤ ਮੁੱਦਿਆਂ ਵੱਲ ਜਾ ਰਹੇ ਹਾਂਗੇ। ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰ ਰਹੇ ਹਾਂ। ਕਿਸਾਨੀ ਮੁੱਦੇ ਦਾ ਲਾਸਟ ਮੈਂ ਤੁਹਾਨੂੰ ਸਵਾਲ ਇਹੀ ਹੈ ਕਿ ਨਿਚੋੜ ਕੀ ਹੈ ਤੁਹਾਡੇ ਕੋਲੇ? ਕਿਸਾਨੀ ਮੁੱਦਾ ਜਿਹੜਾ ਇਹ ਮਸਲੇ ਨੇ, ਜਿਹੜੇ ਬਿੱਲ ਨੇ, ਇਹਨਾਂ ਬਾਰੇ ਤੁਸੀਂ ਜਾਣਦੇ ਹੋ, ਇਹ ਬਿੱਲ ਰੱਦ ਕਿਵੇਂ ਹੋਣਗੇ? ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਹਰ ਪੱਤਰਕਾਰ ਮੈਨੂੰ ਇਹ ਪੁੱਛੀ ਜਾਂਦਾ ਵੀ ਰਾਜੇਵਾਲ ਸਾਹਿਬ ਨੂੰ ਕਦੇ ਪੁੱਛਿਆ ਕਿਸੇ ਨੇ ਜਾ ਕੇ? ਉਹਨਾਂ ਨੂੰ ਪੁੱਛਿਆ ਵੀ ਕਿੰਨਾ? ਰਾਜੇਵਾਲ ਸਾਹਿਬ ਤਾਂ ਕਹਿ ਰਹੇ ਨੇ, ਰਾਜੇਵਾਲ ਸਾਹਿਬ ਨੂੰ ਸਾਰੇ ਪੱਤਰਕਾਰ ਸਵਾਲ ਕਰਦੇ ਨੇ ਕਿ ਰਾਜੇਵਾਲ ਸਾਹਿਬ ਜੀ ਇਹਦਾ ਹੱਲ ਕਿਵੇਂ ਹੋਊ? ਰਾਜੇਵਾਲ ਸਾਹਿਬ ਤਾਂ ਕਹਿੰਦੇ ਨੇ ਕਿ ਸੰਘਰਸ਼ ਕਰ ਰਹੇ ਆ, ਅੰਦੋਲਨ ਕਰ ਰਹੇ ਆਂਗੇ, ਡਟੇ ਹੋਏ ਆ, ਜਿੰਨਾ ਚਿਰ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਜਾਣਾ। ਉਹ ਅੰਦੋਲਨ ਕਰ ਰਹੇ ਨੇ। ਤੁਸੀਂ ਆਪਣਾ ਪਲਾਨ ਦੱਸੋ। ਤੁਸੀਂ ਮੇਰੀ ਗੱਲ ਸੁਣੋ, ਪਲਾਨ ਇਹੀ ਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਭਗਤ ਸਿੰਘ ਤੇ ਸੰਤ ਜਰਨੈਲ ਸਿੰਘ ਨੂੰ ਛੱਡ ਕੇ, ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦਾ, ਸੰਤ ਜਰਨੈਲ ਸਿੰਘ ਨੂੰ ਛੱਡ ਕੇ ਕਿਸੇ ਵੀ ਇੱਕ ਆਗੂ ਦਾ ਨਾਂ ਲਾਓ ਜਿਹਨੇ ਮੋਰਚਾ ਲਾ ਕੇ ਆਪ ਸ਼ਹੀਦ ਹੋਇਆ ਹੋਵੇ। ਇੱਕ ਵੀ ਆਗੂ ਨਾ। ਆਪਣੇ ਆਪ ਨੂੰ ਫਿਰ ਮੈਂ ਇੱਕ ਗੱਲ ਹੋਰ ਕਰ ਲਿਆ, ਤੁਸੀਂ ਆਪਣੇ ਆਪ ਨੂੰ ਫਿਰ ਸੰਤ ਜਰਨੈਲ ਸਿੰਘ ਜੀ ਨਾਲ ਕੰਪੇਅਰ ਕਰ? ਦੂਸਰੇ ਦੇ ਮੂੰਹਾਂ 'ਚ ਸ਼ਬਦ ਪਾਉਣੇ ਇਹ ਗੱਲ ਨਹੀਂ। ਮੈਂ ਤੁਹਾਨੂੰ ਕੀ ਗੱਲ ਕਹਿ ਰਿਹਾ, ਮੈਂ ਕਿਹਾ ਜੇ ਕਿਹੜਾ ਕੁਰਬਾਨੀ ਦੇਤੀ, ਕੀ ਪਤਾ ਮੈਂ ਗਦਾਰ ਹੀ ਹੋਵਾਂ, ਕੀ ਪਤਾ ਮੈਂ ਵਿਕ ਜਾ। ਉਹ ਤਾਂ ਵੱਡੀ ਸ਼ਖਸੀਅਤ ਸੀ ਨਾ। ਦੇਖੋ ਪੰਜਾਬ ਉਹਨਾਂ ਨੂੰ ਰੋਬਨ ਹੁੱਡ ਮੰਨਦਾ, 20ਵੀਂ ਸਦੀ ਦਾ ਮਹਾਨ ਸੰਤ ਸਿਪਾਹੀ ਸਿੱਖ ਮੰਨਦਾ, ਹਰਮੰਦਰ ਸਾਹਿਬ ਉਹਨਾਂ ਦਾ ਗੁਰਦੁਆਰਾ ਬਣਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸ਼ਹੀਦ ਮੰਨਦੇ ਨੇ। ਉਹ ਤਾਂ ਸ਼ਹੀਦ ਹੈਗੇ ਨੇ, ਸਾਨੂੰ ਕਾਹਦਾ ਡਰ ਆ? ਹਿੰਦੂ ਸਰਕਾਰ ਨੂੰ ਇਹ ਮੈਂ ਬੇਨਤੀ ਕਰਨੀ ਚਾਹੁੰਦਾ, ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਦਰਜਾ ਮਿਲਿਆ, ਸੰਤ ਜਰਨੈਲ ਸਿੰਘ ਸ਼ਹੀਦ ਨੇ। ਪਰ ਜਿਹੜੀ ਦੇਖੋ ਸਮੇਂ ਦੀ ਸਰਕਾਰ ਨੂੰ ਟੈਰਰਿਸਟ ਮੰਨਦੀ ਆ, ਉਹਨਾਂ ਦੇ ਮੁਕੱਦਮਾ ਇੱਕ ਵੀ ਦਰਜ ਨਹੀਂ ਹੈ। ਡੈਮੋਕ੍ਰੇਸੀ ਆ। ਠੀਕ ਹੈ, ਇਹ ਹੋ ਗਿਆ। ਜਿਹੜੀ ਗੱਲ ਤੁਸੀਂ ਕਹਿ ਰਹੇ ਆ ਮੋਦੀ, ਜਿਹੜੀ ਗੱਲ ਤੁਸੀਂ ਮੋਦੀ ਸਰਕਾਰ ਦੀ ਕਰ ਰਹੇ ਹੋ ਵੀ ਮੋਦੀ ਨਾਲ ਮੇਰੀ ਮੀਟਿੰਗ ਹੋ ਜੂਗੀ ਜਦੋਂ ਤੁਹਾਨੂੰ ਕਮਾਂਡ ਸੰਭਾਲ ਦੇਣਗੇ, ਜੇ ਬਿਨਾਂ ਕਮਾਂਡ ਸੰਭਾਲਿਆ ਤੁਹਾਡੀ ਮੋਦੀ ਨਾਲ ਮੀਟਿੰਗ ਹੁੰਦੀ ਹੈ, ਬਿੱਲ ਰੱਦ ਕਰਾ ਦੋ? ਦੇਖੋ ਜੀ, ਮੇਰੀ ਇੱਕ ਧਿਆਨ ਨਾਲ ਗੱਲ ਸੁਣੋ, ਕਦੇ ਵੀ ਸਮੂਹ ਤੋਂ ਬਿਨਾਂ ਕੁਝ ਨਹੀਂ ਕੀਤਾ ਜਾਂਦਾ। ਜੇ ਮੈਂ ਕੱਲ ਨੂੰ ਕਾਂਗਰਸ ਕਿੰਨੀ ਰਲ ਗਿਆ, ਚਲੋ ਤੁਸੀਂ ਹੁਣ ਮੈਨੂੰ ਚੈਲੰਜ ਕਰਤਾ ਵੀ ਉਹਨਾਂ ਤੋਂ ਬਿਨਾਂ ਕਰਕੇ ਦਿਖਾ ਦਿਓ। ਜੇ ਮੈਂ ਕਾਂਗਰਸ ਕਿੰਨੀ ਰਲ ਗਿਆ, ਬਿੱਲਾਂ ਦਾ ਹੱਲ ਵੀ ਹੁੰਦਾ ਹੋਇਆ, ਤਾਂ ਨਹੀਂ ਮੰਨਣਾ ਇਹਨਾਂ ਬਾਪੂਆਂ ਨੇ। ਮੈਨੂੰ ਪਤਾ ਇਹਨਾਂ ਨੇ ਮੰਨਣਾ ਵੀ ਇਹ ਕਾਂਗਰਸ ਸਰਕਾਰ ਕਰਵਾ ਗਈ, ਉਹਨਾਂ ਨੇ ਬੈਨੀਫਿਟ ਲੈ ਜਾਣਾ ਵੀ ਸਾਡਾ ਜਿਹੜਾ ਇੰਨੇ ਨੰਬਰ ਬਣੇ ਨੇ ਸਾਰੇ ਘਟ ਜਾਣੇ ਨੇ। ਨੰਬਰ ਕਿਹਦੇ ਨੰਬਰ? ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਦਾ ਨਾਮ ਲਿਆ ਤੁਸੀਂ, ਜੋਗਿੰਦਰ ਸਿੰਘ ਉਰਾਹਾਂ ਦੀ ਗੱਲ ਕੀਤੀ ਹੈ ਕਿ ਉਹ ਸਹਿਮਤ ਨੇ ਮੇਰੇ ਨਾਲ। ਸਹਿਮਤ ਨੇ?
ਮੈਂ ਜੋਗਿੰਦਰ ਸਿੰਘ ਦੀ ਜੋਗਿੰਦਰ ਸਿੰਘ ਭਾਈ ਜੋਗਿੰਦਰ ਸਿੰਘ ਅਗਰਾਹਾਂ ਉਹਨਾਂ ਬਾਰੇ ਮੈਂ ਮਾੜਾ ਕਿਹਾ ਕੁਛ? ਮਾੜਾ ਨਹੀਂ ਕਿਹਾ, ਤੁਸੀਂ ਕਿਹਾ ਜਿਹੜੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਨਾਲ ਸਹਿਮਤ ਨੇ ਉਹ। ਪਹਿਲਾਂ ਤੁਸੀਂ ਥੋੜੀ ਦੇਰ ਪਹਿਲਾਂ ਇਹ ਗੱਲ ਹਾਂ, ਕਹੀ। ਉਹਨਾਂ ਦੇ ਜਥੇਬੰਦੀ ਦੇ ਬੰਦੇ ਆਏ ਨੇ, ਮੇਰੀ ਵੀਡੀਓ ਉਹਨਾਂ ਨੇ ਸਵਾਲ ਪੁੱਛੇ ਨੇ, ਮੈਂ ਤਰਕਾਂ ਦੇ ਨਾਲ ਜਵਾਬ ਦਿੱਤੇ ਨੇ। ਉਹ ਮੇਰੇ ਨਾਲ ਸਹਿਮਤ ਹੋ ਕੇ ਗਏ ਨੇ, ਕਹਿੰਦੇ ਜੀ ਸੰਯੁਕਤ ਕਿਸਾਨ ਮੋਰਚੇ ਨੂੰ ਇਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ, ਇਹ ਸਾਡੇ ਵੱਲੋਂ ਪਾਸ ਨੇ। ਸਾਨੂੰ ਵੀ ਫਿਰ ਉਹ ਦੱਸ ਦਿਓ ਨਾ ਕੋਈ ਇੱਕ ਅੱਧਾ ਤਰਕ, ਜਿਹੜੀ ਤਰਕ ਨਾਲ ਤੁਸੀਂ ਮੀਟਿੰਗ ਕਰੋਗੇ, ਜਿਹੜੇ ਜਾ ਕੇ ਉਹਨਾਂ ਸਾਹਮਣੇ ਮੁੱਦੇ ਰੱਖੋਗੇ, ਜਿਹੜੇ ਪਲਾਨ ਰੱਖੋਗੇ ਕਿ ਆਹ ਸਮੱਸਿਆਵਾਂ ਨੇ ਜਿਹੜੀਆਂ ਕਿਸਾਨਾਂ ਆਗੂਆਂ ਨੇ ਨਹੀਂ ਰੱਖੀਆਂ, ਜਿਹੜੀਆਂ ਤੁਹਾਡੀਆਂ ਮੰਨ ਲੈਣੀਆਂ ਨੇ ਸੌਖੇ ਤਰੀਕੇ ਨਾਲ ਮੋਦੀ ਨੇ। ਸੌਖੇ ਤਰੀਕੇ ਨਾਲ ਤਾਂ ਮੈਨੂੰ ਲੱਗਦਾ ਨਹੀਂ, ਕਿਉਂਕਿ ਤੁਸੀਂ ਕਹਿ ਰਹੇ ਹੋ ਕਦੇ ਤਰਨਾ ਦਲ ਤੇ ਕਦੇ ਬੁੱਢਾ ਦਲ ਦੀ ਗੱਲ ਕਰਦੇ ਹੋ। ਮੈਨੂੰ ਹਾਂ ਐਗਜ਼ਾਮਪਲਾਂ ਹੁੰਦੀਆਂ ਨੇ, ਠੀਕ ਹੈ, ਪਰ ਫਿਰ ਕਿਵੇਂ ਸਮਝਾਓਗੇ ਤੁਸੀਂ? ਕਿਹੜੀ ਪਾਲਿਸੀ ਜਾ ਕੇ ਉਹਨਾਂ ਨੂੰ ਸਮਝਾਓਗੇ ਕਿ ਆਹ ਪਾਲਿਸੀ ਹੋਣੀ ਚਾਹੀਦੀ ਹੈ ਕਿਸਾਨਾਂ ਲਈ? ਦੇਖੋ, ਇੱਕ ਮੇਰੀ ਧਿਆਨ ਨਾਲ ਗੱਲ ਸੁਣੋ ਬਾਈ। ਹੁਣ ਤੁਸੀਂ ਕਹਿੰਦੇ ਹੋ ਕੋਈ ਐਗਜ਼ਾਮਪਲ ਨਹੀਂ ਦੇਣੀ, ਫਿਰ ਐਗਜ਼ਾਮਪਲ ਤੋਂ ਬਿਨਾਂ ਕਿਵੇਂ ਸਮਝਾਵਾਂਗੇ? ਫਾਰਮੂਲੇ ਤਾਂ ਸਕੂਲਾਂ 'ਚ ਵੀ ਵਰਤਣੇ ਪੈਂਦੇ ਨੇ, ਪਰ ਮੈਂ ਹੁਣ ਤੁਹਾਨੂੰ ਕੋਈ ਐਗਜ਼ਾਮਪਲ ਵੀ ਨਹੀਂ ਦਿੰਦਾ। ਸੁਣੋ ਧਿਆਨ ਨਾਲ, ਮੁੱਦੇ ਦੀ ਗੱਲ ਕਰੂੰਗਾ। 15 ਦਿਨਾਂ ਦਾ ਟਾਈਮ ਮੰਨਦੇ ਆ। 15 ਦਿਨ ਤੁਹਾਨੂੰ ਹੀ ਪਤਾ ਵੀ 15 ਮਹੀਨੇ ਪੰਜਾਬ ਸਮੇਤ ਲਾ ਕੇ 9-10 ਮਹੀਨੇ ਤਾਂ ਦਿੱਲੀ ਹੋ ਗਏ ਹੋਣੇ। ਪੰਜਾਬ ਸਮੇਤ ਲਾ ਕੇ 15, ਬਾਕੀ ਨਹੀਂ ਹੋਏ ਤਾਂ ਪੂਰੇ ਵੀ ਹੋ ਜਾਣਗੇ, ਹੋ ਵੀ ਜਾਣਗੇ। 20 ਵੀ ਮਹੀਨੇ ਹੋਣਗੇ, ਲਿਖ ਲਓ 24 ਮਹੀਨੇ ਵੀ ਹੋਣਗੇ। ਅਗਲੀ ਠੰਡ ਉੱਥੇ ਕਿਸਾਨ ਵੀਰ ਰੋਲਣਗੇ। ਤੁਸੀਂ ਚਾਹੁੰਦੇ ਹੋ ਵੀ ਉੱਥੇ ਰੋਲਣ? ਕੋਈ ਵੀ ਨਹੀਂ ਚਾਹੁੰਦਾ। ਤੁਸੀਂ ਹਰ ਬੰਦਾ ਚਾਹੁੰਦਾ ਹੈ ਕਿ ਘਰਾਂ ਨੂੰ ਆਪਣੇ ਵਾਪਸ ਆਈਏ, ਪਰਿਵਾਰ 'ਚ ਬੈਠੇ। ਚਾਹੁੰਦੇ ਹੋ? ਹੁਣ ਤੁਹਾਨੂੰ ਲੱਗ ਰਿਹਾ ਵੀ ਆਪਾਂ ਜੰਗ ਜਿੱਤ ਰਹੇ ਹਾਂ? ਸੱਚੇ ਦਿਲੋਂ ਦੱਸੋ, ਜੇ ਜਿੱਤ ਰਹੇ ਹਾਂ ਮੈਂ ਚੁੱਪ ਕਰ ਜਾਣਾ। ਹਾਰ ਰਹੇ ਹਾਂ ਨਾ, ਫਿਰ ਯਾਰ ਇੱਕ ਬੱਚਾ, ਤੁਸੀਂ ਉਹਨਾਂ ਦੇ ਡੈਡੀ ਹੋ, ਮੰਨ ਲਓ ਤੁਸੀਂ 5ਵੀਂ ਜਮਾਤ 'ਚ ਬੱਚੇ ਦੀ ਐਡਮਿਸ਼ਨ ਕਰਾਈ, ਉਹ ਸਾਲ ਪੜ੍ਹਿਆ ਨਹੀਂ ਪੜ੍ਹਿਆ ਉਹਨੂੰ ਪਤਾ। ਤੁਸੀਂ ਲੋਕਾਂ ਪਿੱਛੇ ਲੱਗ ਕੇ ਉਹ ਲੋਕ ਕਹਿ ਰਹੇ ਨੇ ਵੀ ਲੈ ਇਹ ਤਾਂ ਐਡਾ ਸਕੂਲ ਆ, ਇੱਥੇ ਕਿਹੜਾ ਇਹ ਬੱਚਾ ਪਾਸ ਹੋ ਜਾਊਗਾ, ਇਹਨੂੰ ਪੇਪਰ ਨਾ ਦੇਣ ਦੇ, ਹਟਾ ਲਾ, 7 ਦਿਨਾਂ ਦੇ ਪੇਪਰ ਨੇ, ਇਹਨੂੰ ਨਹੀਂ ਦੇਣ ਦੇਣੇ। ਤੁਸੀਂ ਉਹਨਾਂ ਪਿੱਛੇ ਲੱਗ ਕੇ ਬੱਚੇ ਨੂੰ ਲੈ ਆਓਗੇ ਜਾਂ ਪੇਪਰ ਦੇਣ ਦਾ ਮੌਕਾ ਦਿਓਗੇ? ਉਹੀ ਗੱਲ ਆ ਨਾ, ਜਦੋਂ ਰਿਜ਼ਲਟ ਆਊਗਾ ਫੇਲ ਹੋਊਗਾ ਤੁਸੀਂ ਕੁੱਟ ਲਿਓ। ਤੁਸੀਂ ਮੌਕਾ ਤਾਂ ਦਿਓ ਨਾ। ਜੇ ਤੁਸੀਂ ਪੁੱਛ ਜਾਵੇਂ ਵੀ ਪੇਪਰ 'ਚ ਤੁਸੀਂ ਕੀ ਲਿਖੋਗੇ, ਕੀ ਦੱਸੋ ਤੁਹਾਨੂੰ ਬੱਚਾ, ਕਿੱਦਾਂ ਦੇ ਕੁਐਸਚਨ ਹੋਣਗੇ ਉੱਥੇ? ਜਿਹੜੀ ਤੁਸੀਂ ਉਦਾਹਰਨ ਦੀ ਗੱਲ ਕਹੀ ਆ, ਬੱਚੇ ਨੂੰ ਕੀ ਪੁੱਛੋਗੇ? ਬੱਚੇ ਨੂੰ ABC ਪੁੱਛਾਂਗੇ, ABC ਸੁਣਾਊਗਾ ਤਾਂ ਸਹੀ ਬੱਚਾ ਨਾ। ਤੁਸੀਂ ਕੋਈ ਇੱਕ ਹਿੰਟ ਤਾਂ ਦੇ ਦਿਓ। ਘਾਟਾ ਨਹੀਂ, ਤੁਹਾਨੂੰ ਦੱਸੀ ਜਾਣਾ ਵੀ ਪੰਜਾਬ ਦੇ ਵਿੱਚੋਂ ਇੱਕ ਬੰਦਾ ਘਰੇ ਫਤਿਹ ਬੁਲਾ ਕੇ ਆਵੇ, ਠੀਕ ਹੈ ਜੀ। ਜੇ ਮੈਂ ਹੁਣ ਹਿੰਟ ਦੇ ਹੀ ਦਿੰਦਾ, ਜੇ ਮੈਂ ਜਿਉਂਦਾ ਰਿਹਾ 10ਵੇਂ ਮਹੀਨੇ ਦੀ 1 ਤਰੀਕ ਤੱਕ, ਜੇ ਤਾਂ ਮਰਦਾ ਤਾਂ ਮੈਂ ਹੈ ਨਹੀਂ, ਮੈਂ ਕੋਈ ਵੀ, ਮੈਨੂੰ ਕੋਈ ਘਾਟ ਨਹੀਂ, ਮੇਰੇ ਕੋਲ ਘੋੜੀਆਂ ਲੱਖਾਂ ਦੀਆਂ ਕਰੋੜਾਂ ਬੰਦੀਆਂ ਨਾਲ ਮੇਰੇ ਲਿੰਕ ਨੇ। ਪ੍ਰਾਪਰਟੀ ਦੇ ਸੌਦੇ 'ਚੋਂ ਮੈਂ 50-50 ਲੱਖ ਰੁਪਇਆ ਕਮਾ ਲੈਣਾ। ਮੈਂ ਬਹੁਤ ਵਧੀਆ ਇੱਕ ਰੋਇਲ ਜ਼ਿੰਦਗੀ ਜਿਉ ਸਕਦਾ, ਕੋਈ ਡਰ ਨਹੀਂ ਮੈਨੂੰ, ਠੀਕ ਹੈ ਜੀ। ਹੁਣ ਇੱਕ ਦਾ ਕਹਾਣਾ ਕੱਲ ਫੋਨ ਆ ਕੇ ਕਹਿੰਦਾ ਓਏ ਤੂੰ ਨਜ਼ਾਰੇ ਲੈਣ ਵਾਲੇ, ਕਹਿੰਦਾ ਇੰਨਾ ਤੇਰਾ ਬਣਿਆ ਬਣਾਇਆ ਸਾਰਾ ਕੰਮ ਘਲਾੜੀ 'ਚ ਬਾਂਹ ਕਿਉਂ ਦੇ ਲਈ? ਮੈਂ ਕਿਹਾ ਮੈਂ ਸੋਚ ਕੇ ਦਿੱਤੀ ਆ। ਸਮਝ ਗਏ ਨਾ ਗੱਲ? ਇਹ ਜਿਹੜੀ ਲੋਕਾਂ ਦੀ ਖੁਸ਼ੀ ਆ ਨਾ, ਇਹ ਗੱਡੀਆਂ ਜਾਇਦਾਦਾਂ ਨਾਲੋਂ ਵੀ ਉੱਪਰ ਹੁੰਦੀ। ਹੁਣ ਲਾਸਟ ਗੱਲ ਇਹੀ ਆ ਜਿਹੜੀ ਤੁਸੀਂ ਕਹਿਤਾ ਕਿ ਹਰ ਬੰਦਾ ਘਰੇ ਫਤਿਹ ਬੁਲਾ ਕੇ ਆਵੇ, ਜਿਹੜਾ ਬੰਦਾ ਤੁਹਾਡੇ ਕੋਲੇ ਆਵੇ, ਜਾਣੀ ਕਿ ਪੰਜਾਬ ਦੇ ਜਿੰਨੇ ਯੂਥ ਆ ਜਿਹੜੀ ਨਵੀਂ ਪਨੀਰੀ ਆ ਉਹ ਮਰਵਾਉਣੀ ਹੈ। ਲੈ ਯਾਰ, ਤੁਸੀਂ ਹੁਣ ਆਪਦੇ ਆਪ ਮੇਰਾ ਮਰਵਾਉਣ ਵਾਲਾ ਬਿਆਨ ਕਿਹੜਾ ਦਿੱਤਾ? ਨਹੀਂ ਫਿਰ ਉਹ ਫਤਿਹ ਬੁਲਾਉਣ ਦਾ ਕੀ ਮਸਲਾ? ਸ਼ਹੀਦੀਆਂ ਦਾ ਤੁਹਾਡੇ ਇਹ ਕਸੂਰ ਆ। ਤੁਸੀਂ ਧੱਕੇ ਨਾਲ ਬੰਦੇ ਦੇ ਮੂੰਹ 'ਚ ਸ਼ਬਦ ਪਾ ਦਿੰਦੇ ਹੋ। ਮੈਂ ਕਦੋਂ ਕਿਹਾ ਵੀ ਦੰਗਾ ਕਰੋ? ਮੈਂ ਕਦੋਂ ਤੁਸੀਂ ਤਰਨਾ ਦਲ ਦੀ ਗੱਲ ਕਰਦੇ ਹੋ, ਕਦੇ ਤਰਨਾ ਦਲ ਦੀ ਬੁੱਢਾ ਦਲ ਦੀ ਗੱਲ ਕਰਦੇ ਹੋ। ਅਸੀਂ ਕਿਉਂ ਨਾ ਕਰੀਏ? ਸਾਡਾ ਇਤਿਹਾਸ ਆ। ਇਤਿਹਾਸ ਹੈ ਜੀ, ਸਾਡਾ ਇਤਿਹਾਸ ਹੈ, ਸਾਡਾ ਇਤਿਹਾਸ ਹੈ, ਸਾਰਾ ਕੁਝ ਸਾਡਾ ਇਤਿਹਾਸ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਆਗੂ ਬੈਠੇ ਨੇ, ਸਾਡੇ ਬਜ਼ੁਰਗ ਬੈਠੇ ਨੇ, ਉਹ ਸਾਨੂੰ ਕਮਾਂਡ ਤਰਨਾ ਦਲ ਵਾਂਗੂ ਬੁੱਢਾ ਦਲ ਵਾਂਗੂ, ਜਿਵੇਂ ਤਰਨਾ ਦਲ ਨੂੰ ਬੁੱਢਾ ਦਲ ਕਮਾਂਡ ਦਿੰਦਾ ਉਵੇਂ ਸਾਨੂੰ ਨਹੀਂ ਦੇ ਰਹੇ। ਉਹ ਕਿਸੇ ਨੂੰ ਵੀ ਨਹੀਂ ਦੇ ਰਿਹਾ ਜੀ। ਮੈਂ ਇਹ ਗੱਲ ਕਹਿ ਰਿਹਾ, ਜੇ ਮੇਰੇ ਤੁਹਾਨੂੰ ਲੱਗ ਰਿਹਾ ਮੈਂ ਕਿਸੇ ਚੀਜ਼ ਤੇ ਵਿਕੂੰਗਾ, ਮੇਰਾ ਪਾਸਪੋਰਟ, ਮੇਰੀ ਉਰੋਂ ਦੀ ਜੱਦੀ ਜ਼ਮੀਨ, ਮੇਰੇ ਕਾਗਜ਼, ਮੇਰਾ ਸਾਰਾ ਕੁਝ ਰੱਖ ਲਓ ਵੀ ਮੈਂ ਕਿਤੇ ਭੱਜ ਨਾ ਜਾਵਾਂ। 15 ਦਿਨਾਂ ਬਾਅਦ, ਠੀਕ ਹੈ ਜੀ, 15 ਦਿਨਾਂ ਬਾਅਦ ਜੇ ਮੈਂ ਮਸਲੇ ਦਾ ਹੱਲ ਕਰਾਤਾ ਤਾਂ ਮੇਰੇ ਹਾਰ ਪਾ ਸਕਦੇ ਹੋ। ਫਿਰ ਮੇਰੇ ਹਾਰ ਪਾ ਦਿਓ। ਜੇ ਮੈਂ ਤੁਹਾਡਾ ਨੁਕਸਾਨ ਕਰਾਤਾ ਜਾਂ ਮੇਰੇ ਗੋਲੀ ਮਾਰ ਦਿਓ। ਮੇਰੀ ਜਾਨ ਦੀ ਗਾਰੰਟੀ ਦੇਤੀ 10ਵੇਂ ਮਹੀਨੇ ਦੀ 1 ਤਰੀਕ ਨੂੰ। ਹੁਣ ਅਸੀਂ DC ਸਾਹਿਬ ਤੋਂ ਪਹਿਲਾਂ ਮੰਗ ਪੱਤਰ ਲੈਣਾ ਪਊਗਾ। ਪੰਜਾਬੀਓ, ਜੇ 10ਵੇਂ ਮਹੀਨੇ ਦੀ 1 ਤਰੀਕ ਤੱਕ ਮੈਂ ਜਿਉਂਦਾ ਰਹਿਣਾ, ਫਿਰ ਮੇਰਾ ਬਿਆਨ ਆਊਗਾ ਬਹੁਤ ਵੱਡਾ। ਅਨਾਜ ਮੰਡੀ ਢਟੋਗਲ ਵਿਖੇ, ਅਮਰਗੜ੍ਹ ਤੋਂ ਧੂਰੀ ਰੋਡ ਤੇ ਢਟੋਗਲ ਅਨਾਜ ਮੰਡੀ ਆਉਂਦੀ ਆ, ਉੱਥੇ ਇਕੱਠ ਹੋਊਗਾ। ਆਪਦੀ ਰੋਟੀ ਨਾਲ ਲੈ ਕੇ ਆਓ, ਸਾਡਾ ਪੈਸੇ ਨਹੀਂ ਹੈਗੇ ਸਾਡੇ ਕੋਲ ਲੰਗਰ ਲਾਉਣ ਨੂੰ, ਠੀਕ ਹੈ। ਜੇ ਇਲਾਕੇ ਦੀ ਸੰਗਤ ਨੇ ਲਾਉਣਾ ਲਾ ਦੇਵੇ, ਠੀਕ ਹੈ ਜੀ। ਉੱਥੇ ਘਰੇ ਫਤਿਹ ਬੁਲਾ ਕੇ ਦਲੇਰਬੰਦੀ ਆਉਣ। ਮੈਂ ਤੁਹਾਨੂੰ ਕਦੋਂ ਕਿਹਾ? ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਫਿਰ ਇਹ ਸਰਕਾਰਾਂ ਕੋਲੇ ਗੱਲ ਜਾਂਦੀ ਆ, ਉੱਪਰ ਜਾ ਕੇ ਤੁਸੀਂ ਮੀਡੀਆ ਵਾਲੀ ਗੱਲ ਨੂੰ ਬਣਾ ਦਿੰਦੇ ਹੋ, ਫਿਰ ਉੱਪਰ ਜਾ ਕੇ ਗੱਲ ਜਾਂਦੀ ਆ, ਫਿਰ ਖਾਲਿਸਤਾਨੀ ਦਾ ਟੈਗ ਲੱਗਦਾ। ਤੁਸੀਂ ਉਹੀ ਲਵਾਉਣਾ ਨਾ।
ਨਹੀਂ ਅਸੀਂ ਖਾਲਿਸਤਾਨ ਦਾ ਟੈਗ ਨਹੀਂ ਲਵਾਉਂਦੇ, ਦਲੇਰ ਬੰਦੇ ਖਾਲਿਸਤਾਨ ਦਾ ਟੈਗ ਨਹੀਂ ਦੋਗਲੇ ਬੰਦੇ ਨਾ ਹੋਣ, ਮੈਂ ਖਾਲਿਸਤਾਨੀ ਨਹੀਂਗਾ, ਦੋਗਲੇ ਬੰਦੇ ਨਾ ਹੋਣ, ਘਰੇ ਫਤਿਹ ਬੁਲਾ ਕੇ। ਬੰਦਿਆਂ ਦਾ ਤਾਂ ਕੰਮ ਹੀ ਨਹੀਂ ਹੈਗਾ ਕਿਸੇ ਸੰਘਰਸ਼। ਫਿਰ ਇਹੀ ਗੱਲ ਆ ਨਾ, ਤੁਸੀਂ ਗੱਲ ਦੇਖੋ, ਕਹਿੰਦੇ ਬੰਦੇ ਮਰਵਾਉਣੇ ਚਾਹੁੰਦੇ ਹੋ, ਮੈਂ ਇਹ ਕਿੱਡਾ ਬਿਆਨ ਆ ਤੁਹਾਡਾ, ਤੁਹਾਨੂੰ ਪਤਾ ਕਿੱਡਾ ਵੱਡਾ ਬਿਆਨ ਆ, ਮੈਂ ਕਿਉਂ ਮਰਵਾਉਣੇ ਚਾਹੁੰ? ਤੁਸੀਂ ਬਾਰ-ਬਾਰ ਕਹਿ ਰਹੇ ਹੋ ਨਾ ਕਿ ਸਾਨੂੰ ਜਿਹੜੇ ਆਗੂ ਨੇ ਉਹ ਤਰਨਾ ਦਲ ਵਾਂਗੂ ਸਾਨੂੰ ਜਿਵੇਂ ਤਰਨਾ ਦਲ ਨੂੰ ਬੁੱਢਾ ਦਲ ਕਮਾਂਡ ਦਿੰਦਾ ਉਵੇਂ ਸਾਨੂੰ ਤਰਨਾ ਦਲ ਨੂੰ ਕੀ, ਉਹਨਾਂ ਨੇ ਨਿਹੰਗ ਸਿੰਘਾਂ ਨੂੰ ਪਹਿਲਾਂ ਕਹਿੰਦੇ ਨਿਹੰਗ ਸਿੰਘ ਭੰਗ ਪੀਣੇ ਨੇ, ਨਿਹੰਗ ਸਿੰਘ ਆਉਂਦੇ ਨਹੀਂ, ਜਦੋਂ ਨਿਹੰਗ ਸਿੰਘ ਆ ਗਏ ਫਿਰ ਕਹਿੰਦੇ ਵਗ ਜੋ। ਜੰਗਾਂ ਐ ਲੜੀ ਦੇ ਹੁੰਦੇ ਨੇ, ਮਰ ਜਾ ਚਿੜੀਏ ਜਿਉਂ ਜਾ ਚਿੜੀਏ, ਵਿਹਲੇ ਨੇ ਉਹ ਬਾਬੇ। ਤੂੰ ਮੈਨੂੰ ਕਹਿੰਦੇ ਉਹ ਆਉਂਦਾ ਨਹੀਂ, ਜਦੋਂ ਉਹ ਆ ਗਿਆ ਬਾਦਲਾਂ ਦਾ ਵੇਟਰ ਮੁਰਦਾਬਾਦ, ਬਾਦਲਾਂ ਦਾ ਵੇਟਰ ਮੁਰਦਾਬਾਦ। ਭਾਈ ਰਣਜੀਤ ਸਿੰਘ ਨੂੰ ਕਹਿੰਦੇ ਉਹ ਆਉਂਦਾ ਨਹੀਂ, ਜੇ ਉਹ ਆ ਗਿਆ ਠੀਕ ਆ ਉਹਨੂੰ ਵੀ ਗਾਲਾਂ ਕੱਢਣੀਆਂ ਨੇ। ਇਹ ਕੀ ਗੱਲ ਯਾਰ, ਐਂ ਤੁਸੀਂ ਸਾਨੂੰ ਕਹੀ ਜਾਂਦੇ ਹੋ ਵੀ ਬਾਬੇ ਮੈਂ ਤਾਂ ਕੋਈ ਗੋਲਕ ਨਹੀਂ ਲਾਈ, ਮੈਂ ਤਾਂ ਕਿਤੇ ਮੱਥੇ ਨਹੀਂ ਟਿਕਾਏ, ਮੈਂ ਤਾਂ ਹਾੜੀ ਸੌਣੀ ਤੁਹਾਡੇ ਘਰੇ ਮੰਗਣ ਨਹੀਂ ਆਇਆ, ਠੀਕ ਆ, ਮੈਂ ਤਾਂ ਆਪਦੀ ਕਮਾਈ ਕੀਤੀ ਚਲਾ ਰਿਹਾ, ਦਾਨੀ ਸੱਜਣ ਸਹਿਯੋਗ ਦੇ ਰਹੇ ਨੇ ਮੇਰੇ। ਜਿਹੜਾ ਕੰਮ ਤੁਸੀਂ ਹੁਣ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ, ਮਾੜੇ ਨਹੀਂ ਅਸੀਂ ਕਹਿ ਰਹੇ, ਤੁਹਾਡੇ ਕਿਸੇ ਕੰਮ ਨੂੰ ਮਾੜਾ ਨਹੀਂ ਕਹਿ ਰਹੇ, ਪਰ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਹੈ ਉਹ ਸਟੇਟਮੈਂਟ ਕਿਸੇ ਤਰਕ ਦੇ ਆਧਾਰ ਤੇ ਦੇਣੀ ਚਾਹੀਦੀ ਸੀ, ਕਿਉਂਕਿ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਹੈ ਤੁਹਾਨੂੰ ਪਤਾ ਹੈ ਤੁਸੀਂ ਸੁਲਝੇ ਹੋਏ ਇਨਸਾਨ ਹੋ, ਤੁਹਾਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਏਕਾ ਨਹੀਂ ਹੋਣਾ। 10ਵੇਂ ਮਹੀਨੇ ਦੀ ਜੇ ਏਕਾ ਨਾ ਹੋਇਆ, ਜੇ ਮੈਨੂੰ ਨਾਂ ਵੀ ਲਿਖ ਕੇ ਦਿੱਤਾ ਹੀ ਹਿੰਟ ਪੁੱਛਦੇ ਹੋ, ਜੇ ਮੈਨੂੰ ਸੰਯੁਕਤ, ਤੁਹਾਨੂੰ ਵੀ ਯਕੀਨ ਆ ਨਾ, ਇੱਕ ਗੱਲ ਸੁਣ ਲਓ, ਤੁਹਾਨੂੰ ਵੀ ਯਕੀਨ ਆ ਵੀ ਇਹ ਇਕੱਠੇ ਨਹੀਂ ਹੁੰਦੇ। ਸੰਯੁਕਤ ਕਿਸਾਨ ਮੋਰਚਾ ਜੇ ਮੇਰੀ ਵਜ੍ਹਾ ਨਾਲ ਇਕੱਠਾ ਵੀ ਹੋ ਜਾਂਦਾ ਕੋਈ ਨੁਕਸਾਨ ਤਾਂ ਨਹੀਂ, ਨੁਕਸਾਨ ਨਹੀਂ ਨਾ, ਫਿਰ ਇਹਦਾ ਮਤਲਬ ਮੈਂ ਉਹਨਾਂ ਨੂੰ ਇਕੱਠੇ ਕਰ ਰਿਹਾ ਕਿ ਤੋੜ ਰਿਹਾ। ਮੈਂ ਕਹਿਣਾ ਵੀ ਸਾਰੇ ਸੰਯੁਕਤ ਕਿਸਾਨ ਮੋਰਚਾ ਵਾਲੇ ਇਕੱਠੇ ਹੋ ਕੇ ਮੈਨੂੰ 15 ਦਿਨਾਂ ਲਈ ਪਾਵਰ ਦੇਣ। ਇਹ ਮਨਾਉਣੇ ਔਖੇ ਨੇ, ਮੋਦੀ 15 ਦਿਨਾਂ ਤੋਂ ਪਹਿਲਾਂ ਮਨਾ ਲੂੰਗਾ। ਹੁਣ ਇਹਦਾ ਹਿੰਟ ਸੁਣ ਲਓ, ਗਾਹਾਂ ਤੁਸੀਂ ਕਹਿੰਦੇ ਵੀ ਅਗਲਾ ਐਕਸ਼ਨ ਦੱਸੋ। 10ਵੇਂ ਮਹੀਨੇ ਦੀ 1 ਤਰੀਕ ਤੱਕ ਜੇ ਪ੍ਰਸ਼ਾਸਨ ਆਗਿਆ ਦਿੰਦਾ ਤਾਂ ਉਹਦੀ ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾਂ ਨਹੀਂ ਅਸੀਂ, ਕੈਪਟਨ ਅਮਰਿੰਦਰ ਸਿੰਘ ਦਾ ਜੋ ਪ੍ਰਸ਼ਾਸਨ ਆ ਉਹਦੀ ਆਗਿਆ ਤੋਂ ਬਿਨਾਂ ਨਹੀਂ ਅਸੀਂ ਚੱਲਣਾ। ਜੇ ਉਹ ਆਗਿਆ ਦਿੰਦਾ ਤਾਂ ਅਨਾਜ ਮੰਡੀ 'ਚ ਢੋਗਲ ਵਿਖੇ 10ਵੇਂ 1 ਮਹੀਨੇ ਦੀ 1 ਤਰੀਕ ਨੂੰ ਦੋਗਲਾ ਬੰਦਾ ਕੋਈ ਨਾ ਆਇਓ, ਕੋਈ ਇਕੱਠ ਕਰਨ ਦੀ ਲੋੜ ਨਹੀਂ। ਜਿਹੜਾ ਬੰਦਾ ਘਰੇ ਫਤਿਹ ਬੁਲਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਤੋਂ ਉੱਪਰ ਉੱਠ ਕੇ ਕਿਸੇ ਟਾਈਮ ਵੀ ਕੌਮ ਦੇ ਕੰਮ ਆਉਣ ਨੂੰ ਤਿਆਰ ਆ, ਉਹੀ ਬੰਦੇ ਆਇਓ, ਚਾਹੇ ਇੱਕ ਪਿੰਡ 'ਚ 1 ਆ ਜੇ 2 ਆ ਜੇ, ਆਧਾਰ ਕਾਰਡ ਨਾਲ ਲੈ ਕੇ ਆਇਓ। ਜੇ ਮੈਂ ਜਿਉਂਦਾ ਰਿਹਾ ਤਾਂ ਮੈਂ ਆਪ ਬਿਆਨ ਦਊਂਗਾ ਸਟੇਜ 'ਤੇ, ਜੇ ਮੈਂ ਨਾ ਜਿਉਂਦਾ ਰਿਹਾ ਤਾਂ ਮੇਰਾ ਭਰਾ ਕੁਲਵਿੰਦਰ ਸਿੰਘ, ਮੇਰਾ ਭਰਾ ਮਨਜੀਤ ਸਿੰਘ ਹਿਆਣਾ ਖੁਰਦ, ਇੰਦਰਜੀਤ ਸਿੰਘ ਸਿਰਪੁਰ ਸੋਢੀਆਂ, ਇਹ 3 ਜਾਣੇ ਬਿਆਨ ਮੇਰਾ ਮੌਤ ਤੋਂ ਬਾਅਦ ਦਾ ਪਹਿਲਾਂ ਦਾ ਦਿੱਤਾ ਹੋਇਆ ਪੜ੍ਹਨਗੇ। ਬਸ ਇਦੋਂ ਵੱਧ ਪਲਾਨ ਬਾਰੇ ਨਹੀਂ ਦੱਸ ਸਕਦੇ। ਦਰਸ਼ਕੋ ਤੁਹਾਨੂੰ ਦੱਸ ਦਈਏ, ਜੋ ਬਾਬਾ ਗੁਰਵਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਹੈ ਕਿ 15 ਦਿਨਾਂ 'ਚ ਮੈਂ ਬਿੱਲ ਵਾਪਸ ਕਰਵਾ ਦੂੰਗਾ, ਜੇਕਰ ਸੰਯੁਕਤ ਕਿਸਾਨ ਮੋਰਚਾ ਮੈਨੂੰ ਕਮਾਂਡ ਸੰਭਾਉਂਦਾ ਹੈ, ਜੇ ਨਹੀਂ ਵਾਪਸ ਹੁੰਦੇ 15 ਦਿਨਾਂ ਦੇ ਵਿੱਚ ਬਿੱਲ ਤਾਂ ਖੁਦ ਨੂੰ ਗੋਲੀ ਮਾਰ ਲੂੰਗਾ। ਇਹ ਸਟੇਟਮੈਂਟ ਬਾਬਾ ਗੁਰਵਿੰਦਰ ਸਿੰਘ ਨੇ ਦਿੱਤੀ ਹੈ। ਇਹ ਸਟੇਟਮੈਂਟ ਦੇ ਉੱਪਰ ਕਿਸਾਨ ਆਗੂ ਕੀ ਕਹਿੰਦੇ ਨੇ ਇਹ ਵੀ ਆਪਾਂ ਜਾਣਾਂਗੇ। ਕਿਸਾਨ ਆਗੂਆਂ ਨਾਲ ਆਪਾਂ ਗੱਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ, ਇੱਕ ਡਿਬੇਟ ਸ਼ੋਅ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂਆਂ ਦੇ ਨਾਲ। ਕੀ ਹੈ ਇਹਨਾਂ ਦੀ ਪਾਲਿਸੀ, ਜਿਹੜੀ ਪਾਲਿਸੀ ਅਜੇ ਤੱਕ ਕਿਸਾਨ ਆਗੂਆਂ ਨੂੰ ਨਹੀਂ ਸਮਝ ਆਈ, ਜਿਹੜੀ ਗੱਲ ਕਿਸਾਨ ਆਗੂ ਨਰਿੰਦਰ ਮੋਦੀ ਨੂੰ ਜਾਂ ਨਰਿੰਦਰ ਸਿੰਘ ਤੋਮਰ ਨੂੰ ਨਹੀਂ ਸਮਝਾ ਸਕੇ, ਜਿਹੜੀ ਇਹ ਬਾਬਾ ਗੁਰਵਿੰਦਰ ਸਿੰਘ ਸਮਝਾ ਦੇਣਗੇ। ਕੀ ਹੈ ਉਹ ਗੱਲ, ਇਹ ਬਾਬਾ ਗੁਰਵਿੰਦਰ ਸਿੰਘ ਖੁਦ ਜਾਣਦਾ ਜਾਂ ਇੱਕ ਸੋਚੀ ਸਮਝੀ ਚਾਲ ਹੈ, ਪਾਲਿਸੀ ਆ, ਕੀ ਹੈ ਇਹ ਪਬਲਿਸਿਟੀ ਸਟੰਟ ਹੈ, ਕੀ ਹੈ ਦਰਸ਼ਕੋ, ਇਹ ਬਾਬਾ ਗੁਰਵਿੰਦਰ ਸਿੰਘ ਨੂੰ ਪਤਾ ਹੈ। ਆਪਾਂ ਇਸ ਬਾਰੇ ਜਿਹੜੀ ਹੈ ਤੁਹਾਡੀ ਰਾਏ ਜ਼ਰੂਰ ਲਵਾਂਗੇ ਤੇ ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਬਾਬਾ ਗੁਰਵਿੰਦਰ ਸਿੰਘ ਕੀ ਇਸ ਮਸਲੇ ਦਾ ਹੱਲ ਕਰਵਾ ਸਕਦਾ ਹੈ। ਦੇਖੋ ਵੀਰ ਜੀ, ਹਰ ਇੱਕ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਪਬਲਿਸਿਟੀ ਸਟੰਟ ਹੈ, ਕਿਉਂਕਿ ਲੋਕਾਂ ਦੇ ਮਨਾਂ 'ਚ ਭੁਲੇਖਾ ਵੀ ਮਸ਼ਹੂਰ ਹੋ ਕੇ ਖਾਨੀ ਕੀ ਹੋ ਜਾਂਦਾ, ਮਸ਼ਹੂਰ ਹੋ ਕੇ ਤੁਹਾਨੂੰ ਜਿਉਣਾ ਸਮਾਂ ਤੇ ਔਖਾ ਹੋ ਜਾਂਦਾ। ਹੁਣ ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਤੁਹਾਨੂੰ ਕੀ ਲੱਗਦਾ ਉਹ ਵਿਚਾਰਾ ਸਖਾਲਾ, ਉਹਨੂੰ ਕਿੰਨੀ ਸਿਕਿਉਰਿਟੀ ਮਿਲੀ ਆ, ਸਿਕਿਉਰਿਟੀ 'ਚ ਰਹਿਣਾ ਪਤਾ ਕਿੰਨਾ ਔਖਾ। 4 ਥਾਣੇਦਾਰ 4 ਪੁਲਿਸ ਵਾਲੇ ਨੇ, ਪਸਾਬ ਵੀ ਨਹੀਂ ਮੈਨੂੰ ਕਰਨ ਦਿੰਦੇ ਪਰਾਂ ਲਿਜਾ ਕੇ। ਸਾਰੀ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਸ਼ਹੂਰ ਹੋ ਕੇ। ਇੱਕ ਹੁੰਦਾ ਮਸ਼ਹੂਰ ਹੋਣਾ, ਚੱਲ ਰਿਹਾ ਕੈਮਰਾ, ਇੱਕ ਹੁੰਦਾ ਮਸ਼ਹੂਰ ਹੋਣਾ, ਇੱਕ ਹੁੰਦਾ ਮਹਾਨ ਹੋਣਾ। ਇਹਨਾਂ ਦੋਨਾਂ 'ਚ ਫਰਕ ਆ। ਸਾਡੇ ਕਿਸਾਨ ਆਗੂ, ਸਾਡੇ ਗੁਰੂ ਯੋਧੇ ਕਿਸਾਨ ਆਗੂ ਕੀ ਪਬਲਿਸਿਟੀ ਸਟੰਟ ਕਰਦੇ ਰਹੇ ਨੇ, ਲੜਦੇ ਤਾਂ ਰਹੇ ਨੇ, ਅੱਗੇ ਆ ਕੇ ਕਮਾਂਡ ਤਾਂ ਦਿੰਦੇ ਰਹੇ ਨੇ। ਉਸ ਮਸ਼ਹੂਰ ਹੋਣ ਲਈ ਨਹੀਂ, ਉਹ ਮਹਾਨ ਹੋਣ ਲਈ ਕਰਦੇ ਸੀ। ਸਾਡੇ ਕਿਸਾਨ ਆਗੂ ਨੇ ਜਿਹੜੇ ਉਹ ਸਟੰਟ ਖੇਡਦੇ ਨੇ ਜਾਂ ਮਸ਼ਹੂਰ ਹੋਣ ਲਈ ਗਏ ਨੇ, ਉਹ ਮਸ਼ਹੂਰ ਹੋਣ ਲਈ ਨਹੀਂ ਗਏ, ਉਹ ਮਹਾਨ ਹੋਣ ਲਈ ਗਏ ਨੇ। ਇਸੇ ਤਰ੍ਹਾਂ ਜਿਵੇਂ ਆਪਦੀ ਜਾਨ ਦਾਅ 'ਤੇ ਲਾ ਕੇ ਮਸ਼ਹੂਰ ਹੋਣ ਲਈ ਬੰਦਾ ਜਾਨ ਨਹੀਂ ਦਾਅ 'ਤੇ ਲਾਉਂਦਾ ਹੁੰਦਾ, ਕੱਪੜੇ ਕੱਢ ਕੇ ਵੱਧ ਤੋਂ ਵੱਧ ਆਪਦੇ ਬੈਕ ਦਿਖਾ ਦੂੰਗਾ ਮਸ਼ਹੂਰ ਹੋ ਜਾਊਂਗਾ, ਸਮਝ ਗਏ। ਮਹਾਨ ਹੋਣ ਲਈ ਛਾਤੀ 'ਚ ਗੋਲੀ ਖਾਣੀ ਪੈਂਦੀ ਆ। ਟਿਕਟਾਕਾਂ 'ਤੇ ਮਸ਼ਹੂਰ ਹੋਣ ਵਾਲੇ ਨੇ,
ਮੇਰਾ ਤਾਂ ਨਾ ਤੁਸੀਂ ਉਹ ਗੋਲੀ ਖਾਣ ਲਈ ਜਾਣੀ ਕਿ ਤਿਆਰ ਹੋ। ਦਰਸ਼ਕੋ, ਜੋ ਬਾਬਾ ਗੁਰਵਿੰਦਰ ਸਿੰਘ ਨੇ ਜੋ ਗੱਲਾਂ ਕਹੀਆਂ ਨੇ ਉਹ ਤੁਸੀਂ ਸੁਣੀਆਂ ਨੇ ਕਿ ਬਾਬਾ ਗੁਰਵਿੰਦਰ ਸਿੰਘ ਦੀਆਂ ਇਹਨਾਂ ਗੱਲਾਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਜਿਹੜਾ ਹੈ ਠੋਸ ਲੱਗਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਕਿਸਾਨੀ ਮੁੱਦੇ ਨੇ ਜਿਹੜੇ ਉਹ ਸੁਲਝਾ ਸਕਦਾ ਹੈ, ਉਲਝੇ ਹੋਏ ਮਸਲੇ ਕਿ ਕਿਸਾਨੀ ਬਿੱਲ ਨੇ ਜਿਹੜੇ ਉਹਨਾਂ ਨੂੰ ਰੱਦ ਕਰਵਾ ਸਕਦਾ। ਦਰਸ਼ਕੋ, ਤੁਸੀਂ ਆਪਣੀ ਵਿਚਾਰ ਨੇ ਜਿਹੜੇ ਉਹ ਜ਼ਰੂਰ ਦਿਓ। ਚੈਨਲ ਸੀਰਤ ਪੰਜਾਬ ਦੀ ਨਾਲ ਦਰਸ਼ਕੋ ਜੁੜੇ ਰਹੋ। Press the bell icon and never missing video from Sirat Punjab D.